ਵਧੀਆ ਚੜ੍ਹਦੀ ਕਲਾ। ਆਪ ਸੁਣਾਓ? ਬਸ ਆਨੰਦ। ਹਾਂਜੀ ਦੋਸਤੋ, ਏਦਾਂ ਹੀ ਮਿਲਣਾ ਪਿਆ ਅੱਜ ਫਿਰ। ਮੀਡੀਆ ਪ੍ਰਵਾਸ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਚਲੋ ਕੋਈ ਤੇ ਅੱਜ ਆਪਾਂ ਸੰਵਾਦ ਦੀ ਇਸ 11ਵੀਂ ਕੜੀ ਦੇ ਵਿੱਚ ਜੁੜੇ ਹਾਂ। ਇਸ ਤੋਂ ਪਹਿਲਾਂ ਦੀਆਂ 10 ਕੜੀਆਂ ਜੋ ਅਸੀਂ ਕੀਤੀਆਂ ਉਹ ਲਗਾਤਾਰ ਕਿਸਾਨ ਸੰਘਰਸ਼ ਨੂੰ ਸਮਰਪਿਤ ਕੀਤੀਆਂ ਨੇ ਤੇ ਅੱਜ ਵੀ ਮੈਂ 2 ਦਿਨਾਂ ਤੋਂ ਬਾਅਦ ਸਿੰਘੂ ਤੇ ਟਿਕਰੀ ਤੋਂ ਸਿੱਧਾ ਇੱਥੇ ਆ ਰਿਹਾ। 5 ਮਿੰਟ ਪਹਿਲਾਂ ਹੀ ਲਗਭਗ ਆ ਕੇ ਮੈਂ ਜਿਹੜਾ ਕੰਪਿਊਟਰ ਖੋਲਿਆ। ਪੂਰਾ ਦੇਸ਼ ਇਸ ਵੇਲੇ ਕਿਸਾਨ ਸੰਘਰਸ਼ ਦੇ ਵਿੱਚ ਸ਼ਾਮਲ ਹੈ। ਕੋਈ ਘਰ ਬੈਠਾ ਸ਼ਾਮਲ ਹੈ, ਕੋਈ ਡਾਇਰੈਕਟ ਉੱਥੇ ਸ਼ਾਮਲ ਹੈ। ਤੇ ਸ਼ਾਇਰੀ ਹੈ ਜਿਹੜੀ, ਸਾਹਿਤਕਾਰੀ ਹੈ ਜਿਹੜੀ, ਕਲਮ ਹੈ ਜਿਹੜੀ, ਜਾਂ ਕਲਾ ਦੇ ਜਿੰਨੇ ਵੀ ਹੋਰ ਸਰੋਤ ਨੇ ਉਹ ਸਦਾ ਤੋਂ ਹੀ ਸੰਘਰਸ਼ਾਂ ਦੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਖੜਦੇ ਨੇ। ਬਾਬੇ ਨਾਨਕ ਤੋਂ ਸ਼ੁਰੂ ਕਰ ਲਈਏ ਜਾਂ ਉਸ ਤੋਂ ਪਹਿਲਾਂ ਬਾਬਾ ਫਰੀਦ ਤੋਂ ਸ਼ੁਰੂ ਕਰ ਲਈਏ, ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਜਾਂ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਖੁਰਾਸਾਨ ਖਸਮਾਨਾ ਕੀਆ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਇਹ ਪਰੰਪਰਾ ਜਾਂਦੀ ਹੈ। ਤੇ ਉਸ ਤੋਂ ਬਾਅਦ ਬੰਦਾ ਬਹਾਦਰ ਤੋਂ ਲੈ ਕੇ ਆਧੁਨਿਕ ਕਵੀਆਂ ਤੱਕ ਸਾਡਾ ਜਿਹੜਾ ਸਾਹਿਤ ਹੈ, ਸਾਡੀਆਂ ਜਿਹੜੀਆਂ ਕਲਮਾਂ ਨੇ ਉਹ ਹਮੇਸ਼ਾ ਸੰਘਰਸ਼ ਦੇ ਅੰਗ ਸੰਗ ਰਹੀਆਂ ਨੇ। ਇਸ ਦੌਰ ਦੀ ਸਾਹਿਤਕਾਰੀ, ਚਾਹੇ ਉਹ ਨਾਟਕ ਹੋਣ ਤੇ ਚਾਹੇ ਉਹ ਕਵਿਤਾਵਾਂ ਹੋਣ, ਚਾਹੇ ਸਾਹਿਤ ਦੀਆਂ ਹੋਰ ਵਿਧਾਵਾਂ ਹੋਣ, ਸਾਡੇ ਲੇਖਕ ਫਿਜ਼ੀਕਲ ਤੌਰ ਤੇ, ਸਰੀਰਕ ਤੌਰ ਤੇ ਵੀ ਉਹਨਾਂ ਸੰਘਰਸ਼ਾਂ ਦੇ ਵਿੱਚ ਸ਼ਾਮਲ ਨੇ। ਪੈਸੇ ਦੇ ਪੱਖੋਂ ਵੀ ਅਸੀਂ ਲਗਾਤਾਰ ਉਹਨਾਂ ਦੀ ਮਦਦ ਕਰ ਰਹੇ ਹਾਂ ਤੇ ਨਾਲ-ਨਾਲ ਆਪਣੀ ਕਲਮ ਰਾਹੀਂ ਵੀ ਕੋਈ ਸੋਸ਼ਲ ਮੀਡੀਆ ਦੇ ਉੱਤੇ, ਕੋਈ ਅਖਬਾਰਾਂ ਦੇ ਵਿੱਚ, ਕੋਈ ਮੈਗਜ਼ੀਨਾਂ ਦੇ ਵਿੱਚ, ਕੋਈ ਕਿਸੇ ਰੂਪ ਦੇ ਵਿੱਚ ਲਗਾਤਾਰ ਜੁੜਿਆ ਹੋਇਆ ਹੈ। ਇਸ ਤਰ੍ਹਾਂ ਦਾ ਸੰਘਰਸ਼ ਦਾ ਜਲਾਉ ਹੈ ਤੇ ਜਿਵੇਂ ਪੰਜਾਬ ਨੇ ਇੱਕ ਲੰਮੇ ਸਮੇਂ ਬਾਅਦ ਦੁਬਾਰਾ ਆਪਣੀ ਵਿਰਾਸਤ ਨੂੰ ਰਿਨਿਊ ਕੀਤਾ ਹੈ ਤੇ ਫਿਰ ਪੂਰੇ ਦੇਸ਼ ਨੂੰ ਅਗਵਾਈ ਦਿੱਤੀ ਹੈ, ਤੇ ਜਿਸ ਤਰ੍ਹਾਂ ਦਾ ਉੱਥੇ ਜੋਸ਼ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਅਸੀਂ ਜਿੱਤਣ ਹਾਰਨ ਦੀਆਂ ਗੱਲਾਂ ਤਾਂ ਭਾਵੇਂ ਅਲੱਗ ਨੇ, ਉੱਥੋਂ ਕੀ ਹਾਸਲ ਕਰਕੇ ਲੈ ਕੇ ਆਉਣੇ ਇਹ ਵੀ ਗੱਲਾਂ ਅਲੱਗ ਨੇ, ਪਰ ਜਿਹੜਾ ਪੰਜਾਬ ਦੇ ਕਲਚਰ ਦੇ ਵਿੱਚ, ਸਾਡੀ ਜੀਵਨ ਜਾਚ ਦੇ ਵਿੱਚ ਬਹੁਤ ਸਾਰੇ ਮਸਲੇ ਖੜੇ ਹੋਏ ਸੀ, ਉਹਨਾਂ ਬਹੁਤ ਸਾਰੇ ਮਸਲਿਆਂ ਦਾ ਹੱਲ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਘਰਸ਼ ਦੇ ਵਿੱਚੋਂ ਪੈਦਾ ਹੋਈਆਂ ਕਦਰਾਂ ਕੀਮਤਾਂ ਕਰਨਗੀਆਂ। ਸਾਡੀ ਜਵਾਨੀ ਨੂੰ ਇੱਕ ਨਵਾਂ ਰਾਹ ਦਿੱਤਾ ਇਸ ਸੰਘਰਸ਼ ਨੇ, ਸਾਡੀਆਂ ਕਲਮਾਂ ਨੂੰ ਨਵੇਂ ਵਿਸ਼ੇ ਦਿੱਤੇ ਨੇ ਇਸ ਸੰਘਰਸ਼ ਨੇ, ਤੇ ਸਮਾਜ ਦੇ ਹਰ ਵਰਗ ਨੂੰ ਇੱਕ ਸੰਜੀਵਨੀ ਮਿਲੀ ਹੈ ਇਸ ਸੰਘਰਸ਼ ਰਾਹੀਂ। ਤੇ ਮੈਂ ਉੱਥੇ ਜਦੋਂ ਗੱਲਾਂ ਕਰ ਰਿਹਾ ਸੀ ਲੋਕਾਂ ਦੇ ਨਾਲ, ਕਹਿੰਦੇ ਸੀ ਕਿ ਮੋਦੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜਿਹਨੇ ਅਜੇ ਤੱਕ ਸਾਡੀਆਂ ਮੰਗਾਂ ਮੰਨੀਆਂ ਨਹੀਂ ਹੈਗੀਆਂ। ਇੱਥੋਂ ਤੱਕ ਅਸੀਂ 1 ਮਹੀਨਾ ਇੱਥੇ ਰਹਿ ਕੇ ਜੋ ਕੁਝ ਸਿੱਖ ਕੇ ਜਾਵਾਂਗੇ, ਜੋ ਕੁਝ ਲੈ ਕੇ ਜਾਵਾਂਗੇ, ਉਹ ਆਪਣੇ ਆਪ ਦੇ ਵਿੱਚ ਕੋਈ ਵੱਡਾ ਹਾਸਲ ਹੋਊਗਾ। ਸੋ ਸੰਘਰਸ਼ਾਂ ਦੇ ਦੌਰ ਦੇ ਵਿੱਚ ਸਾਹਿਤਕਾਰੀ, ਸੰਘਰਸ਼ਾਂ ਦੇ ਦੌਰ ਦੇ ਵਿੱਚ ਸ਼ਾਇਰੀ ਵੀ ਨਵੇਂ ਵਿਸ਼ੇ, ਨਵਾਂ ਅੰਦਾਜ਼ ਲੈ ਕੇ ਆਉਂਦੀ ਹੈ, ਤੇ ਤੁਸੀਂ ਸਾਰੇ ਉਸ ਕਲਮਾਂ ਦੀ ਵਿਰਾਸਤ ਦੇ ਪੈਰੋਕਾਰ ਹੋ। ਤੇ ਮੇਰੇ ਨਾਲ ਨੇ ਅੱਜ ਡਾਕਟਰ ਸਰਬਜੀਤ ਕੌਰ ਸੋਹਲ, ਅਮਰਜੀਤ ਕਸਕ ਜੀ, ਕਵਿੰਦਰ ਚਾਂਦ ਜੀ, ਸਰਬਜੀਤ ਕੌਰ ਜੱਸ, ਸਤਪਾਲ ਭੀਖੀ, ਮੈਡਮ ਅਰਤਿੰਦਰ ਸੰਧੂ ਜੁਆਇਨ ਕਰਨ ਵਾਲੇ ਨੇ ਆਪਣੇ ਨਾਲ ਹੁਣੀ, ਬਲਵਿੰਦਰ ਸੰਧੂ ਜੀ, ਪਾਲ ਕੌਰ ਮੈਮ ਤੇ ਸੁਰਜੀਤ ਜੱਜ ਜੀ। ਰਵਿੰਦਰ ਸਹਿਰਾ ਦੀ ਕੋਈ ਲਾਈਟ ਦੀ ਪ੍ਰੋਬਲਮ ਚੱਲ ਰਹੀ ਹੈ ਉਹਨਾਂ ਦੀ, ਉੱਥੇ ਅੱਜ ਅਮਰੀਕਾ ਦੇ ਵਿੱਚੋਂ ਉਹਨਾਂ ਦਾ ਫੋਨ ਆਇਆ ਸੀ ਵੀ ਜੇ ਠੀਕ ਰਿਹਾ ਸਿਸਟਮ ਤਾਂ ਮੈਂ ਜੁਆਇਨ ਕਰੂੰਗਾ, ਅਦਰਵਾਈਜ਼ ਸ਼ਾਇਦ ਉਹਨਾਂ ਦੇ ਕੋਈ ਪ੍ਰੋਬਲਮ ਹੈ, ਅਦਰਵਾਈਜ਼ ਉਹਨਾਂ ਨੇ ਵੀ ਆਪਣੇ ਨਾਲ ਸ਼ਾਮਲ ਹੋਣਾ ਸੀ। ਤੋ 10 ਸ਼ਾਇਰਾਂ ਦਾ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਸਾਰੇ ਤੁਹਾਡੇ ਕੋਲੇ ਕਲਮਾਂ ਦਾ ਇੱਕ ਲੰਮਾ ਅਨੁਭਵ ਹੈ, ਕਲਾ ਦਾ ਇੱਕ ਲੰਮਾ ਅਨੁਭਵ ਹੈ, ਕਵਿਤਾ ਦਾ ਇੱਕ ਲੰਮਾ ਅਨੁਭਵ ਹੈ, ਤੇ ਵਕਤ ਦੇ ਨਾਲ-ਨਾਲ ਵਕਤ ਨੂੰ ਐਡਰੈਸ ਹੋ ਕੇ ਤੁਸੀਂ ਆਪਣੀਆਂ ਕਲਮਾਂ ਦੇ ਰਾਹੀਂ ਆਪਣੀ ਸ਼ਾਇਰੀ ਨੂੰ ਅੰਜਾਮ ਦਿੰਦੇ ਰਹੇ ਹੋ, ਸ਼ਾਇਰੀ ਲਿਖਦੇ ਰਹੇ ਹੋ, ਅੱਜ ਕੱਲ੍ਹ ਵੀ ਲਗਾਤਾਰ ਲਿਖ ਰਹੇ ਹੋ। ਸੋ ਸਾਰੀਆਂ ਕਲਮਾਂ 10 ਦੀਆਂ 10 ਕਲਮਾਂ ਨੇ, ਬਹੁਤ ਖੂਬਸੂਰਤ ਕਲਮਾਂ ਨੇ। ਸਾਨੂੰ ਮਾਣ ਹੈ ਸਾਡੀਆਂ ਇਹਨਾਂ 10 ਕਲਮਾਂ ਤੇ। ਸੋ 10 ਕਲਮਾਂ ਦਾ ਅਸੀਂ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਮੇਰੇ ਨਾਲ ਮੇਰੇ ਦੋਨੇ ਕੋ-ਹੋਸਟ ਸੁਖਜੀਵਨ ਤੇ ਅੰਮ੍ਰਿਤਪਾਲ ਵੀ ਮੇਰੇ ਨਾਲ ਨੇ, ਤੇ ਬਾਕੀ ਹੋਰ ਬਹੁਤ ਸਾਰੇ ਦੋਸਤ, ਸਾਕ ਮੁਹੰਮਦ ਹੋਰੀ ਤੇ ਹੋਰ ਦੋਸਤ ਉਹ ਵੀ ਸਾਡੇ ਨਾਲ ਨੇ, ਤੇ ਕੁਝ ਦੋਸਤ ਲਗਾਤਾਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ ਜਾਂ ਜੁੜਨਗੇ। ਸੋ ਆਪਾਂ ਜ਼ਿਆਦਾ ਲੰਮੀ ਭੂਮਿਕਾ ਨਾਲ ਬੰਦੇ ਹੋਏ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਕਰਦੇ ਹੋਏ ਆਪਾਂ ਅੱਜ ਦਾ ਸ਼ੁਰੂ ਕਰਦੇ ਹਾਂ ਸੰਘਰਸ਼ਾਂ ਦੇ ਦੌਰ ਦੇ ਵਿੱਚ ਸ਼ਾਇਰੀ
ਬੇਨਤੀ ਇਹ ਹੈ ਕਿ 5-6 ਮਿੰਟ ਦੇ ਵਿੱਚ ਤੁਸੀਂ, ਇਹ ਛੋਟੀਆਂ ਨੇ ਤਾਂ 2 ਕਵਿਤਾਵਾਂ, ਜੇ ਵੱਡੀ ਹੈ ਤਾਂ 1 ਕਵਿਤਾ ਦਰਸ਼ਕਾਂ ਦੇ ਨਾਲ ਸਾਂਝੀ ਕਰੋਗੇ। ਤੇ ਅਮਰਜੀਤ ਕਸਕ ਹੋਰਾਂ ਤੋਂ ਸ਼ੁਰੂ ਕਰਾਂਗੇ ਆਪਾਂ। ਅਮਰਜੀਤ ਕਸਕ ਹੋਰਾਂ ਨੇ ਇਸ ਸਾਰੇ ਸੰਘਰਸ਼ ਦੇ ਵਿੱਚ ਆਪਣੀਆਂ ਕਵਿਤਾਵਾਂ ਰਾਹੀਂ, ਆਪਣੇ ਲੇਖਾਂ ਰਾਹੀਂ, ਸੋਸ਼ਲ ਮੀਡੀਆ ਰਾਹੀਂ ਬਹੁਤ ਵੱਡੀ ਸਰਗਰਮੀ ਕੀਤੀ ਹੈ। ਸੋ ਸਾਨੂੰ ਕਸਕ ਹੋਰਾਂ ਤੇ ਬਹੁਤ ਮਾਣ ਹੈ। ਕਸਕ ਸਾਹਿਬ, ਬੇਨਤੀ ਕਰਦੇ ਹਾਂ ਤੁਹਾਨੂੰ ਕਿ ਤੁਸੀਂ ਆਪਣੀ ਕਵਿਤਾ ਦਾ ਰੰਗ ਸਾਡੇ ਨਾਲ ਸਾਂਝਾ ਕਰੋ। ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਜੀ। ਨਜ਼ਮ ਹੈ ਜੀ ਰੜਕ। ਦਿੱਲੀਏ ਆ ਜੋ ਪੱਤਾ ਪੱਤਾ ਬਰੂਸ਼ ਦੀ, ਟਾਹਣੀ ਤੋੜਦੀ ਰਹਿੰਦੀ ਹੈ ਮੇਰੀ। ਮੇਰੀ ਬੋਲੀ ਮੇਰੀ ਬਾਣੀ, ਮੇਰੀ ਪੱਗ ਮੇਰੀ ਪਾਣੀ, ਮੇਰੀ ਜਵਾਨੀ, ਕੜਕ ਮੜਕ। ਥੋੜੀ ਜਿਹੀ ਆਵਾਜ਼ ਟੁੱਟਦੀ ਹੈ ਕਸਕ ਸਾਹਿਬ, ਥੋੜੀ ਜਿਹੀ ਆਵਾਜ਼ ਟੁੱਟਦੀ ਹੈ, ਇੱਕ ਵਾਰ ਰਿਪੀਟ ਕਰ ਲਓ ਪਲੀਜ਼। ਦਿੱਲੀਏ ਆ ਜੋ ਪੱਤਾ ਪੱਤਾ ਬਰੂਸ਼ ਦੀ, ਟਾਹਣੀ ਟਾਹਣੀ ਤੋੜਦੀ ਰਹਿੰਦੀ ਹੈ ਮੇਰੀ। ਮੇਰੀ ਬੋਲੀ ਮੇਰੀ ਬਾਣੀ, ਮੇਰੀ ਪੱਗ ਮੇਰੇ ਪਾਣੀ, ਮੇਰੀ ਜ਼ਮੀ ਮੇਰੀ ਜਵਾਨੀ, ਮੇਰੀ ਗੜਕ ਬੜਕ ਮੜਕ। ਤੈਨੂੰ ਉਲ ਜਾਂਦਾ ਹੈ ਤੈਨੂੰ ਕਿ ਸਰਹੱਦਾਂ ਤੇ ਮੇਰੀ ਬੜਕ ਗੜਕ ਹੀ ਖੜੀ ਹੈ ਤੇਰੀ ਢਾਲ ਬਣ ਕੇ। ਸੌ ਪੁੱਤ ਨਲੂਆ ਆਜੂਗਾ, ਸੌਂਜਾ ਪੁੱਤ ਨਲੂਆ ਆਜੂਗਾ। ਇਹ ਬੋਲ ਕਰਦੇ ਨੇ ਤੈਨੂੰ ਵੀ। ਨਹੀਂ 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 ਨਹੀਂ, ਤੂੰ ਆਰਾਮ ਨਾਲ ਸੌਂ, ਮੈਨੂੰ ਮੇਰੇ ਖੇਤਾਂ ਰਣ ਖੇਤਾਂ 'ਚ ਖੜਾ ਰਹਿਣ ਦੇ। ਤੇ ਇਹ ਦੇਸ਼ ਆਪਣਾ ਹੈ, ਨਦੀ ਉਲਟਾਵਾਂ ਹਲ। ਜੀ। ਉਹਨੇ ਸੋਚਿਆ ਵੀ ਨਹੀਂ ਹੋਣਾ, ਉਹਨੇ ਸੋਚਿਆ ਵੀ ਨਹੀਂ ਹੋਣਾ ਕਿ ਖੇਤਾਂ 'ਚ ਚੱਲਦਾ ਉਲਟਾਵਾਂ ਹਲ ਰਾਜਧਾਨੀ ਦੀ ਹਿੱਕ ਤੇ ਚੱਲੇਗਾ। ਸੋਚਿਆ ਬਾਪੂ ਵੀ ਨਹੀਂ ਸੀ, ਸੋਚਿਆ ਬਾਪੂ ਨੇ ਵੀ ਨਹੀਂ ਸੀ, ਜੋ ਮੰਡੀ 'ਚ ਜਿਣਸ ਵੇਚ ਕੇ ਨਹੀਂ ਸੁੱਟ ਕੇ ਹੈ ਕਿ ਹਲ ਨਾਲ ਖੇਤਾਂ ਨੂੰ ਵੀ ਨਹੀਂ ਸੜਕਾਂ ਨੂੰ ਵੀ ਉਲਟਾਉਣਾ ਪੈਣਾ। ਕਿਆ ਬਾਤ ਹੈ। ਇੱਕ ਧੌਲਾ ਬਲਦ ਇਤਿਹਾਸ 'ਚ ਸੁਣੀਦਾ, ਧਰਤੀ ਖੜਾ ਜੋ ਸਿੰਘ ਬਦਲਦਾ ਹੈ ਤਾਂ ਭੁਚਾਲ ਆ। ਇੱਕ ਧੌਲਾ ਬਲਦ ਇਤਿਹਾਸ ਵੇਖ ਰਿਹਾ ਹੈ, ਇੱਕ ਧੌਲਾ ਇਤਿਹਾਸ ਵੇਖ ਰਿਹਾ ਹੈ, ਜੋ ਰੁੱਖ ਬਦਲਦਾ ਹੈ ਤਾਂ ਇਨਕਲਾਬ ਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਕਿਆ ਬਾਤ, ਬਹੁਤ ਵਧੀਆ, ਬਹੁਤ ਅੱਛੇ ਜੀ, ਬਹੁਤ ਅੱਛੇ। ਤੁਹਾਡੀ ਉਲਟਾਵਾਂ ਹਲ ਕਵਿਤਾ ਖਾਸ ਤੌਰ ਤੇ ਫੇਸਬੁੱਕ ਤੇ ਬਹੁਤ ਜ਼ਿਆਦਾ ਮਕਬੂਲ ਵੀ ਹੋਈ ਹੈ ਤੇ ਬਹੁਤ ਸੋਹਣੀਆਂ ਨੇ ਦੋਨੇ ਕਵਿਤਾਵਾਂ ਜੀ। ਧੰਨਵਾਦ ਤੁਹਾਡਾ ਬਹੁਤ ਬਹੁਤ। ਹੁਣ ਆਪਾਂ ਚੱਲਦੇ ਹਾਂ ਚਾਂਦ ਸਾਹਿਬ ਹੋਰਾਂ ਕੋਲੇ ਕੈਨੇਡਾ ਦੇ ਵਿੱਚ। ਕੁਲਵਿੰਦਰ ਚਾਂਦ ਜੀ, ਪਹਿਲਾਂ ਤਾਂ ਇਸ ਆਨਲਾਈਨ ਮਾਧਿਅਮ ਰਾਹੀਂ ਤੁਸੀਂ ਸਾਡੇ ਨਾਲ ਐਂ ਜੁੜ ਜਾਂਦੇ ਜਿਵੇਂ ਨਿਆਈ ਵਾਲੇ ਖੇਤ ਵਿੱਚੋਂ ਕਿਸੇ ਨੂੰ ਬਾਜ਼ ਮਾਰੀ ਹੁੰਦੀ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਤੁਹਾਨੂੰ ਕਿ ਤੁਸੀਂ ਆਪਣੀਆਂ ਕਵਿਤਾਵਾਂ ਸਾਂਝੀਆਂ ਕਰੋ। ਡਾਕਟਰ ਸਾਹਿਬ ਤੁਹਾਡਾ ਧੰਨਵਾਦ ਦੋਹਾਂ ਗੱਲਾਂ ਲਈ। ਇੱਕ ਤਾਂ ਅੱਜ ਦੇ ਇਸ ਤਰ੍ਹਾਂ ਦੇ ਵਿਸ਼ੇ ਤੇ ਗੱਲਬਾਤ ਕਰ ਰਹੇ ਹਾਂ ਆਪਾਂ, ਤੁਸੀਂ ਮਾਧਿਅਮ ਬਣੇ ਹੋ ਉਹਦਾ, ਤੇ ਦੂਸਰਾ ਕਿ ਚਿਰਾਂ ਤੋਂ ਜਿਹੜੀਆਂ ਸ਼ਕਲਾਂ, ਜਿਹੜੀਆਂ ਰੂਹਾਂ ਦੇ ਦਰਸ਼ਨ ਦੀਦਾਰ ਨਹੀਂ ਸੀ ਹੋਏ, ਅੱਜ ਉਹਨਾਂ ਨਾਲ ਹੋ ਰਹੇ ਨੇ। ਤੇ 2 ਛੋਟੀਆਂ ਕਵਿਤਾਵਾਂ। ਪਹਿਲੀ ਕਵਿਤਾ ਜੰਗ। ਜੰਗ ਹੁਣ ਸਿਰਫ ਫਸਲਾਂ ਦੇ ਭਾਅ ਦੀ ਨਹੀਂ, ਜੰਗ ਹੁਣ ਸਿਰਫ ਦਿੱਲੀ ਦੇ ਰਾਹ ਦੀ ਨਹੀਂ, ਜੰਗ ਹੁਣ ਹੋਂਦ ਅਣਹੋਂਦ ਦੀ ਹੈ। ਜੰਗ ਹੁਣ ਹੋਂਦ ਅਣਹੋਂਦ ਦੀ ਹੈ, ਜਿਉਂਦੇ ਦਿਸਣ ਦੀ, ਜਿਉਂਦੇ ਰਹਿਣ ਦੀ ਹੈ। ਕਿਆ ਬਾਤ ਹੈ। ਜੰਗ ਖੇਤਾਂ ਦੇ ਘੁੱਟਦੇ ਸਾਹਾਂ ਤੇ ਬਹੁ ਮਾਰਗੀ ਰਾਹਾਂ ਦੀ ਹੈ। ਜੰਗ ਬਾਜ਼ਾਰ ਦੀ ਤੇ ਸੱਭਿਆਚਾਰ ਦੀ ਹੈ। ਕਿਆ ਬਾਤ ਹੈ। ਇਹ ਜੰਗ ਸਾਡੀ ਜਵਾਬਦੇਹੀ ਹੈ ਮਹਾਨਾਇਕ ਬਾਬਾ ਬੰਦਾ ਕੋਲ। ਖੁਰਦੀਆਂ ਜ਼ਮੀਨਾਂ, ਝੁਕੇ ਸੀਸ, ਖਾਲੀ ਫਰਦਾਂ ਲੈ ਕਿਹੜਾ ਮੂੰਹ ਦਿਖਾਵਾਂਗੇ, ਕਿੱਦਾਂ ਪਰਤਾਂਗੇ, ਕਿੱਥੇ ਜਾਵਾਂਗੇ। ਕਿਆ ਬਾਤ ਹੈ। ਅਸੀਂ ਹੁਣ ਹੋਰ ਸ਼ਹਾਦਤਾਂ ਨਹੀਂ ਦੇਵਾਂਗੇ।
ਅਸੀਂ ਹੁਣ ਹੋਰ ਸ਼ਹਾਦਤਾਂ ਨਹੀਂ ਦੇਵਾਂਗੇ, ਸਾਡੀਆਂ ਸ਼ਹਾਦਤਾਂ ਆਪਣੇ ਨਾਮ ਲਿਖਵਾ ਲੈਂਦੇ ਹੋ ਤੁਸੀਂ ਜੀ। ਅਸੀਂ ਲੜਾਂਗੇ, ਲੜਦੇ ਰਹਾਂਗੇ, ਜਿੱਤਾਂਗੇ, ਜ਼ਿੰਦਗੀ ਦੇ ਜਾਮ ਪੀਵਾਂਗੇ। ਜੰਗ ਹੁਣ ਫਸਲਾਂ ਦੇ ਭਾਅ ਦੀ ਨਹੀਂ, ਹੋਂਦ ਅਣਹੋਂਦ ਦੀ ਹੈ। ਵਾਹ, ਬਹੁਤ ਵਧੀਆ, ਕੀ ਬਾਤ। ਇੱਕ ਕਵਿਤਾ ਕੁਝ ਸਮਾਂ ਪਹਿਲਾਂ ਕੁਝ ਦੋਸਤਾਂ ਸੁਣੀ ਹੋਊਗੀ, ਪਰ ਮੈਨੂੰ ਲੱਗਦਾ ਕਿ ਅੱਜ ਦੇ ਇਸ ਸਮੇਂ ਤੇ ਵੀ ਪੂਰੀ ਢੁਕਦੀ ਹੈ ਜੀ, ਤੇ ਸ਼ਾਇਦ ਆਉਣ ਵਾਲੇ ਸਮਿਆਂ ਲਈ ਵੀ ਢੁਕਦੀ ਹੈ। ਸਮਾਂ ਬੋਲਣ ਦਾ ਹੈ। ਕੀ ਬਾਤ। ਸਮਾਂ ਬੋਲਣ ਦਾ ਹੈ, ਕਵਿਓ, ਕਲਮਕਾਰੋ, ਸੰਵੇਦਨਸ਼ੀਲ ਲੋਕੋ, ਫਿਲਮ ਸਾਜ਼ੋ, ਐ ਅਦਾਕਾਰੋ। ਸਮਾਂ ਬੋਲਣ ਦਾ ਹੈ, ਕਵਿਓ, ਕਲਮਕਾਰੋ, ਸੰਵੇਦਨਸ਼ੀਲ ਲੋਕੋ, ਫਿਲਮ ਸਾਜ਼ੋ, ਐ ਅਦਾਕਾਰੋ। ਤੇ ਸ਼ਬਦ ਖਾਮੋਸ਼ ਨੇ, ਪਹਿਰੇ ਚ ਨੇ, ਕਲਮਾਂ ਦੀ ਕਿਉਂ ਕਰ ਜੀਭ ਠਾਕੀ ਹੈ, ਐ ਫਨਕਾਰੋ। ਸਮਾਂ ਬੋਲਣ ਦਾ ਹੈ, ਬੋਲੋ। ਕੀ ਬਾਤ। ਤੇ ਬੜੀ ਦੁਵਿਧਾ ਚ ਨੇ ਲੋਕੀ, ਤੁਹਾਡੇ ਵੱਲ ਤੱਕਦੇ ਨੇ। ਬੜੀ ਦੁਵਿਧਾ ਚ ਨੇ ਲੋਕੀ, ਤੁਹਾਡੇ ਵੱਲ ਤੱਕਦੇ ਨੇ। ਨਹੀਂ ਤਾਂ ਜੋ ਦਿਖਾਇਆ ਜਾ ਰਿਹਾ ਹੈ, ਉਹ ਸੱਚ ਸਮਝਣਗੇ। ਉਹਨਾਂ ਨੂੰ ਜੋ ਸੁਣਾਇਆ ਜਾ ਰਿਹਾ ਹੈ, ਪ੍ਰਵਾਨ ਹੋਵੇਗਾ। ਸਮਾਂ ਬੋਲਣ ਦਾ ਹੈ, ਬੋਲੋ। ਜੇ ਹੁਣ ਬੋਲੇ ਨਹੀਂ ਤਾਂ ਫਿਰ ਕਿਸੇ ਬੋਲਣ ਨਹੀਂ ਦੇਣਾ। ਜੇ ਹੁਣ ਬੋਲੇ ਨਹੀਂ ਤਾਂ ਫਿਰ ਕਿਸੇ ਬੋਲਣ ਨਹੀਂ ਦੇਣਾ। ਤੇ ਉਸ ਤੋਂ ਬਾਅਦ ਫਿਰ ਬੋਲਣ ਲਈ ਕੁਝ ਵੀ ਨਹੀਂ ਰਹਿਣਾ। ਜ਼ੁਬਾਨਾਂ ਵਾਲਿਓ ਗੁੰਗਿਓ, ਤੁਸਾਂ ਜੇ ਅੱਜ ਵੀ ਇਹ ਧੁੰਦਕਾਰਾ ਸਾਫ਼ ਨਹੀਂ ਕਰਨਾ, ਤਾਂ ਫਿਰ ਇਤਿਹਾਸ ਨੇ ਸਾਨੂੰ ਤੁਹਾਨੂੰ ਮਾਫ਼ ਨਹੀਂ ਕਰਨਾ। ਸਮਾਂ ਬੋਲਣ ਦਾ ਹੈ, ਬੋਲੋ। ਕੀ ਬਾਤ, ਬਹੁਤ ਵਧੀਆ ਜੀ, ਬਹੁਤ ਵਧੀਆ। ਸਮੇਂ ਦੇ ਨਾਲ ਨਾਲ ਚੱਲਦੀ ਸ਼ਾਇਰੀ, ਇਹੀ ਕਵੀ ਦੀ ਅਸਲ ਦੇ ਵਿੱਚ ਤਾਕਤ ਹੁੰਦੀ ਹੈ ਕਿ ਭਾਵੇਂ ਉਸਨੇ ਕਿਸੇ ਵੀ ਦੌਰ ਦੇ ਵਿੱਚ ਕੋਈ ਕਵਿਤਾ ਲਿਖੀ ਹੁੰਦੀ ਹੈ, ਤਾਂ ਉਹ ਜੇ ਦੂਜੇ ਦੌਰ ਤੱਕ ਚਲੀ ਜਾਂਦੀ ਹੈ ਤਾਂ ਇਹ ਸਮਝ ਲਓ ਕਿ ਕਵੀ ਦੇ ਬੋਲ ਅਮਰ ਹੋ ਜਾਂਦੇ ਨੇ। ਤੇ ਸਾਡੇ ਕੋਲੇ ਬਾਬਾ ਨਾਨਕ ਵਰਗੇ ਸ਼ਾਇਰ ਨੇ ਜਿਨ੍ਹਾਂ ਨੂੰ ਅੱਜ ਵੀ ਅਸੀਂ ਕੋਟ ਕਰਦੇ ਹਾਂ, ਵਾਰ-ਵਾਰ ਕੋਟ ਕਰਦੇ ਹਾਂ। ਤੇ ਹੋਰ ਬਹੁਤ ਸਾਰੀ ਸਾਡੇ ਕੋਲੇ ਸ਼ਾਇਰੀ ਹੈ ਜਿਹੜੀ ਆਪਣੇ ਦੌਰ ਨੂੰ ਸੰਬੋਧਿਤ ਹੋ ਕੇ ਲਿਖੀ ਗਈ ਸੀ, ਪਰ ਅੱਜ ਅਸੀਂ ਉਹ ਸ਼ਾਇਰੀ ਨੂੰ ਹੁਣ ਵੀ ਕੋਟ ਕਰ ਰਹੇ ਹਾਂ, ਇਹਨਾਂ ਸੰਘਰਸ਼ਾਂ ਦੇ ਵਿੱਚ ਵੀ ਕੋਟ ਕਰ ਰਹੇ ਹਾਂ ਜੀ। ਤੇ ਹੁਣ ਆਪਾਂ ਚੱਲਦੇ ਹਾਂ ਸਾਡੇ ਨਵੇਂ ਸ਼ਾਇਰਾ ਸਰਬਜੀਤ ਜੱਸ ਹੋਰਾਂ ਕੋਲੇ। ਸਰਬਜੀਤ ਜੱਸ ਹੋਰਾਂ ਕੋਲੇ ਵੀ, ਉਹਨਾਂ ਦੀ ਕਲਮ ਕੋਲੇ ਵੀ ਇਹ ਤਾਕਤ ਹੈ ਕਿ ਉਹ ਵੀ ਸਮੇਂ ਦੇ ਨਾਲ ਨਾਲ ਵਕਤ ਨੂੰ ਐਡਰੈਸ ਕਰਕੇ ਬਹੁਤ ਕੁਝ ਲਿਖਦੇ ਨੇ। ਅਸੀਂ ਕੋਰੋਨਾ ਸਮੇਂ ਦੇ ਵਿੱਚ ਵੀ ਕਵੀ ਦਰਬਾਰ ਕੀਤਾ ਸੀ, ਉਦੋਂ ਵੀ ਇਹਨਾਂ ਨੂੰ ਬੁਲਾਇਆ ਸੀ। ਉਸ ਸੰਕਟ ਕਾਲ ਦੇ ਦੌਰ ਦੇ ਵਿੱਚ ਵੀ ਇਹਨਾਂ ਨੇ ਸੰਕਟ ਨੂੰ ਐਡਰੈਸ ਕਰਕੇ ਕਵਿਤਾ ਲਿਖੀ ਸੀ। ਹਰ ਦੌਰ ਦੇ ਵਿੱਚ ਇਹ ਕੋਸ਼ਿਸ਼ ਕਰਦੇ ਨੇ ਸਮੇਂ ਦੇ ਨਾਲ ਚੱਲਣ ਦੀ। ਤੇ ਆਓ ਅੱਜ ਦੇਖਦੇ ਹਾਂ ਇਹਨਾਂ ਦੀ ਕਵਿਤਾ ਦਾ ਰੰਗ, ਸੰਘਰਸ਼ ਨੂੰ ਸਮਰਪਿਤ ਸ਼ਾਇਰੀ, ਸਰਬਜੀਤ ਕੌਰ ਜੱਸ। ਬਹੁਤ ਬਹੁਤ ਧੰਨਵਾਦ ਦੀਪ ਜੀ। ਜੀ ਮੈਮ। ਸਾਰੇ ਅਦੀਬ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਮੈਂ ਆਪਣੀਆਂ 2 ਨਜ਼ਮਾਂ ਪੇਸ਼ ਕਰਨ ਜਾ ਰਹੀ ਹਾਂ। ਪਹਿਲੀ ਨਜ਼ਮ ਹੈ, ਅਸੀਂ ਤੀਰ ਨਹੀਂ। ਜੀ। ਅਸੀਂ ਤੀਰ ਨਹੀਂ, ਜਿਸ ਨੂੰ ਤੁਸੀਂ ਹਉਮੈ ਦੀ ਕਮਾਨ ਤੇ ਤਾਣ ਕੇ ਵਿੰਨ ਲਓਗੇ ਆਪਣੇ ਮਨ ਭਾਉਂਦੇ ਸ਼ਿਕਾਰ ਦੀ ਅੱਖ। ਅਸੀਂ ਤੀਰ ਨਹੀਂ, ਜਿਸ ਨੂੰ ਤੁਸੀਂ ਹਉਮੈ ਦੀ ਕਮਾਨ ਤੇ ਤਾਣ ਕੇ ਵਿੰਨ ਲਓਗੇ ਆਪਣੇ ਮਨ ਭਾਉਂਦੇ ਸ਼ਿਕਾਰ ਦੀ ਅੱਖ। ਅਸੀਂ ਤਾਂ ਆਪਣੇ ਪਿੰਡਾਂ ਵੱਲ ਜਾਂਦੇ ਵਿੰਗੇ ਟੇਢੇ ਰਾਹ ਹਾਂ, ਜਿਨ੍ਹਾਂ ਤੇ ਪੁਰਖਿਆਂ ਦੇ ਬੀਜੇ ਬੀਜ ਉਗਦੇ। ਜਿਨ੍ਹਾਂ ਤੇ ਪੁਰਖਿਆਂ ਦੇ ਬੀਜੇ ਬੀਜ ਉਗਦੇ, ਪਾਕ ਪਵਿੱਤਰ ਸੋਚ ਤੇ ਝੋਨੇ ਦੀਆਂ ਮੁੰਜਰਾਂ ਦੀ ਚੌਰ ਫਿਰਦੀ। ਸਿਰ ਤੇ ਸਿੱਟਿਆਂ ਦਾ ਮੁਕਟ ਹੈ, ਹੱਥਾਂ 'ਚ ਸੁਨਹਿਰੀ ਬਾਜਰੇ ਦੇ ਮੋਤੀ ਨੇ। ਤੁਸੀਂ ਬੱਜਰੀ ਦੇ ਆਸ਼ਿਕ, ਲੁੱਕ ਦੇ ਮਰੀਦ, ਇਸੇ ਲਈ ਤਪਸ਼ ਸਹਿ ਨਹੀਂ ਹੁੰਦੀ ਤੁਹਾਡੇ ਸੁਭਾਅ ਦੀ। ਤੁਸੀਂ ਤਾਂ ਸਿਰਫ ਚਿੜੀ ਦੀ ਅੱਖ ਵਿੰਨੀ। ਤੁਸੀਂ ਤਾਂ ਸਿਰਫ ਚਿੜੀ ਦੀ ਅੱਖ ਵਿੰਨੀ, ਜਸ਼ਨ ਮਨਾਏ ਤੇ ਤੁਰ ਗਏ। ਤੇ ਅਸੀਂ ਪੁਸ਼ਤ ਦਰ ਪੁਸ਼ਤ ਵਿੰਨੀ ਅੱਖ 'ਚੋਂ ਵਹਿੰਦਾ ਲਹੂ ਵੇਖਦੇ ਰਹੇ। ਜਾਣਦੇ ਹੋ ਤੁਸੀਂ ਹਰ ਯੁੱਗ ਦੀ ਸਭ ਤੋਂ ਵੱਡੀ ਚੇਤਾਵਨੀ ਰਹੀ ਹੈ ਬੰਦਿਆਂ ਵਿੱਚ ਬੰਦੇ ਬਣ ਕੇ ਰਹਿਣਾ, ਤੇ ਇਤਿਹਾਸ ਵਿਚਲੇ ਹਰ ਯੁੱਧ ਦਾ ਕਾਰਨ ਵੀ।
ਇਹ ਮੰਥਨ ਦਾ ਵੇਲਾ ਹੈ। ਇਹ ਮੰਥਨ ਦਾ ਵੇਲਾ ਹੈ, ਸੋਚ ਨੂੰ ਵਿਸਥਾਰਨ ਦਾ ਸਹੀ ਵਕਤ ਹੈ। ਤੁਸੀਂ ਸਾਨੂੰ ਮਿੱਟੀ ਦੇ ਮਾਧਵਾਂ ਨੂੰ ਮਿੱਟੀ ਰਹੇ ਹੀ ਰਹਿਣ ਦਿਓ, ਐਵੇਂ ਸੋਨਾ ਬਣਾਉਣ ਦੀ ਖੇਚਲ ਨਾ ਕਰੋ। ਅਸੀਂ ਤਾਂ ਆਪਣੇ ਪਿੰਡਾਂ ਵੱਲ ਜਾਂਦੇ ਵਿੰਗੇ ਟੇਢੇ ਰਾਹ ਹਾਂ, ਤੁਹਾਡੀ ਹਉਮੈ ਦੀ ਕਮਾਨ ਤੇ ਤਣੇ ਤੀਰ ਨਹੀਂ ਹਾਂ ਅਸੀਂ, ਤੁਹਾਡੀ ਹਉਮੈ ਦੀ ਕਮਾਨ ਤੇ ਤਣੇ ਤੀਰ ਨਹੀਂ ਹਾਂ ਅਸੀਂ। ਕੀ ਬਾਤ ਹੈ, बहुत बढ़िया, बहुत अच्छे सरबजीत। शुक्रिया शुक्रिया। मेरी दूसरी नज़म है, एक गीत वर्गी नज़म है गिरजां दियां डारां। एक अख मेरे खेतां उत्ते दूजी रहन बसेरे उत्ते, एक अख मेरे खेतां उत्ते दूजी रहन बसेरे उत्ते, एक पैर सियासत दे वेड़े दूजा धर्म दे डेरे उत्ते। ਉਹਨੇ ਸੋਚਿਆ ਉਹਦੇ ਤਖਤ ਦੇ ਸਾਹਵੇਂ ਕੱਚੀ ਕੰਧ ਵਾਂਗ ਢਏ ਜਾਵਾਂਗੇ, ਅਸੀਂ ਗਿਰਜਾਂ ਦੀਆਂ ਡਾਰਾਂ ਕੋਲੋਂ ਰਿਜ਼ਕ ਬਚਾ ਕੇ ਲੈ ਜਾਵਾਂਗੇ। ਸਾਡੀਆਂ ਫਸਲਾਂ ਨੂੰ ਸਿੰਜਦਾ ਹੈ, ਸਾਡੀਆਂ ਫਸਲਾਂ ਨੂੰ ਸਿੰਜਦਾ ਹੈ ਸਾਡਾ ਖੂਨ ਪਸੀਨਾ ਬਣ ਕੇ। ਉਹ ਪੱਕੀ ਕਣਕ ਤੇ ਵਰਨਾ ਚਾਹੁੰਦਾ ਵਿਸਾਖ ਚ ਸੌਣ ਮਹੀਨਾ ਬਣ ਕੇ। ਜਾ ਜਾ ਬੀਬਾ ਘਰ ਜਾ ਆਪਣੇ, ਜਾ ਜਾ ਬੀਬਾ ਘਰ ਜਾ ਆਪਣੇ, ਇਹ ਸੌਦਾ ਨਾ ਸਾਨੂੰ ਪੁੱਗਦਾ, ਹੁਣ ਨਾ ਸਾਡੀ ਅਕਲ ਦਾ ਪੈਂਛੀ ਤੇਰਾ ਪਾਇਆ ਚੋਗਾ ਚੁਗਦਾ। ਤੂੰ ਸੋਚਿਆ ਚੁੱਪ ਦੀ ਮੂਰਤ ਬਣ ਕੇ ਸਭ ਕੁਝ ਵਹਿੰਦੇ ਰਹਿ ਜਾਵਾਂਗੇ, ਅਸੀਂ ਗਿਰਜਾਂ ਦੀਆਂ ਡਾਰਾਂ ਕੋਲੋਂ ਫਸਲ ਬਚਾ ਕੇ ਲੈ ਜਾਵਾਂਗੇ। ਉਹ ਕਹਿੰਦਾ ਸੁਣ ਤੂੰ ਅੰਨਦਾਤਿਆ, ਉਹ ਕਹਿੰਦਾ ਸੁਣ ਤੂੰ ਅੰਨਦਾਤਿਆ, ਜ਼ਮੀਨ ਤੇਰੀ ਮਹਿੰਗੇ ਭਾਅ ਵਿਕਾਉਣੀ, ਤੈਨੂੰ ਪੈਰੋਂ ਨੰਗਿਆਂ ਕਰਕੇ ਬੂਟਾਂ ਵਾਲੀ ਫੈਕਟਰੀ ਲਾਉਣੀ, ਤੇਰੇ ਵੱਸ ਦੇ ਪਿੰਡ ਨੂੰ ਢਾ ਕੇ ਸ਼ਹਿਰ ਜਿਹੀ ਕਲੋਨੀ ਬਣਾਉਣੀ, ਰਿਜ਼ਕ ਦੇ ਚੋਰਾਂ ਦੀ ਜੜ ਵਿੱਚ ਦੀਮਕ ਬਣ ਕੇ ਬਹਿ ਜਾਵਾਂਗੇ, ਅਸੀਂ ਗਿਰਜਾਂ ਦੀਆਂ ਡਾਰਾਂ ਕੋਲੋਂ ਪਿੰਡ ਬਚਾ ਕੇ ਲੈ ਜਾਵਾਂਗੇ। ਮੈਂ ਅੰਨਦਾਤਾ, ਸ਼ੁਕਰੀਆ ਜੀ, ਮੈਂ ਅੰਨਦਾਤਾ ਜਿਸ ਦੇ ਪੈਰੀ ਤਪਦੀਆਂ ਸੜਦੀਆਂ ਠਰਦੀਆਂ ਰਾਵਾਂ, ਮੈਂ ਅੰਨਦਾਤਾ ਜਿਸ ਦੇ ਪੈਰੀ ਤਪਦੀਆਂ ਸੜਦੀਆਂ ਠਰਦੀਆਂ ਰਾਵਾਂ, ਮੈਂ ਨੰਗੇ ਪੈਰੀ ਪੰਧ ਮਕਾਵਾਂ, ਤਵਾਰੀਖ ਤੇ ਸੰਧਲੀ ਪੈੜਾਂ ਪਾਵਾਂ, ਪਰਾਂ ਰੱਖ ਮੁਕਟਾਂ ਦੀਆਂ ਛਾਵਾਂ। ਅਸੀਂ ਧਰਤੀ ਦੇ ਜੇਰੇ ਵਰਗੇ, ਅਸੀਂ ਧਰਤੀ ਦੇ ਜੇਰੇ ਵਰਗੇ ਧੁੱਪਾਂ ਛਾਵਾਂ ਸਹਿ ਜਾਵਾਂਗੇ, ਅਸੀਂ ਗਿਰਜਾਂ ਦੀਆਂ ਡਾਰਾਂ ਕੋਲੋਂ ਸ਼ਬਦ ਬਚਾ ਕੇ ਲੈ ਜਾਵਾਂਗੇ, ਅਸੀਂ ਗਿਰਜਾਂ ਦੀਆਂ ਡਾਰਾਂ ਕੋਲੋਂ ਪਿੰਡ ਬਚਾ ਕੇ ਲੈ ਜਾਵਾਂਗੇ, ਅਸੀਂ ਗਿਰਜਾਂ ਦੀਆਂ ਡਾਰਾਂ ਕੋਲੋਂ ਰਿਜ਼ਕ ਬਚਾ ਕੇ ਲੈ ਜਾਵਾਂਗੇ। ਸ਼ੁਕਰੀਆ ਜੀ। बहुत अच्छे, बहुत अच्छे, ਸ਼ੁਕਰੀਆ ਜੀ। बहुत बढ़िया। ਸਰਬਜੀਤ ਕੌਰ ਜਸ, ਜਿਸ ਤਰ੍ਹਾਂ ਦੀ ਇਹਨਾਂ ਤੋਂ ਉਮੀਦ ਸੀ ਜਾਂ ਜਿਸ ਤਰ੍ਹਾਂ ਇਹ ਲਗਾਤਾਰ ਲਿਖਦੇ ਨੇ, ਉਸੇ ਤਰ੍ਹਾਂ ਬਹੁਤ ਖੂਬਸੂਰਤੀ ਨਾਲ ਇਹਨਾਂ ਨੇ ਆਪਣਾ ਕਲਾਮ ਪੇਸ਼ ਕੀਤਾ ਹੈ। ਤੇ ਇਸ ਤੋਂ ਬਾਅਦ ਚੱਲਦੇ ਹਾਂ ਬਲਵਿੰਦਰ ਸੰਧੂਪੁਰਾ ਕੋਲੇ। ਬਲਵਿੰਦਰ ਸੰਧੂਪੁਰਾ ਨੂੰ ਇਸ ਵਾਰੀ ਅਵਾਰਡ ਵੀ ਮਿਲਿਆ ਭਾਸ਼ਾ ਵਿਭਾਗ ਦਾ, ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਗੱਲ ਦੀਆਂ ਵੀ। ਤੇ ਲਗਾਤਾਰ ਇਸ ਸੰਘਰਸ਼ ਦੇ ਨਾਲ ਵੀ ਜੁੜੇ ਹੋਏ ਨੇ, ਉਹਨੇ 3-4 ਦਿਨ ਉਸ ਸੰਘਰਸ਼ ਦੇ ਵਿੱਚ ਲਾ ਕੇ ਆਏ ਨੇ ਆਪ। ਤੇ ਆਓ ਦੇਖਦੇ ਹਾਂ ਇਹਨਾਂ ਦੀ ਕਵਿਤਾ ਦੇ ਵਿੱਚ ਸੰਘਰਸ਼ ਦਾ ਰੰਗ। ਬਲਵਿੰਦਰ ਸੰਧੂ ਜੀ। ਡਾਕਟਰ ਦੀਪ ਸਾਹਿਬ, ਪਹਿਲੋਂ ਤੁਹਾਡਾ ਧੰਨਵਾਦ, ਤੁਸੀਂ ਇੰਨੀਆਂ ਖੂਬਸੂਰਤ ਕਲਮਾਂ ਨੂੰ ਇੱਕ ਮੰਚ ਤੇ ਇਕੱਤਰ ਕੀਤਾ। ਤੇ ਨਾਲ ਦੀ ਨਾਲ ਮੈਂ ਇਸ ਮੰਚ ਨੂੰ ਉਹਨਾਂ ਸਾਰੇ ਮਹਾਨ ਯੋਧਿਆਂ ਨੂੰ ਜੋ ਇਸ ਯੁੱਧ ਦੇ ਵਿੱਚ ਲੜ ਰਹੇ ਹਨ ਯੁੱਧ, ਉਹਨਾਂ ਸਾਰੇ ਯੋਧਿਆਂ ਨੂੰ ਸੈਲੂਟ ਕਰਦੇ ਹਾਂ, ਪ੍ਰਣਾਮ ਕਰਦੇ ਹਾਂ। ਤੇ ਉਸ ਨਾਲ ਸੰਬੰਧਿਤ ਇੱਕ ਨਜ਼ਮ ਦਾ ਅਨੁਮਾਨ ਹੈ ਸਿੰਘੂ ਤੋਂ, ਸਿੰਘੂ ਬਾਰਡਰ। ਇਰਸ਼ਾਦ। ਸ਼ੰਭੂ ਬੈਠੀ ਮਾਂ ਪੰਜਾਬ ਤੋਂ ਨੂੰ, ਸ਼ੰਭੂ ਡਟੇ ਪੁੱਤ ਮਹਿਤਾਬ ਦਾ ਇੱਕ ਖਤ ਆਇਆ, ਕਿਹਾ ਸੂ ਸਿਰ ਫਿਰ ਗਿਆ ਦਿੱਲੀ ਦਾ, ਹਿੱਲਿਆ ਪਿਆ ਸੂ, ਲਿਖਿਆ ਸੂ ਸਿਰ ਫਿਰ ਗਿਆ ਦਿੱਲੀ ਦਾ ਤੇ ਦਿਲ ਹਿੱਲਿਆ ਪਿਆ ਸੂ, ਦਹਲੀਜ਼ਾਂ ਦਹਿਲ ਗਈਆਂ ਤੇ ਨੀਹਾਂ ਕੰਬਦੀਆਂ ਮੈਂ ਆਪ ਦੇਖੀ, ਲਹੂ ਰੱਤੇ ਤਖਤ ਨੂੰ ਜਾਂਦੇ ਸਾਰੇ ਰਾਹ ਹਰਾ ਘਾਹ ਹੋਏ ਪਏ, ਖੇਤਾਂ ਦੇ ਪੁੱਤ ਪਾਣੀਪਤ ਦਾ ਕਾਲਾ ਅੰਬ ਉਲੰਘ ਨਾ ਸਰਨਾਵੇਂ ਥਾਂ ਜਾ ਪਹੁੰਚੇ, ਤੇ ਝੰਡੀ ਝੁੱਲ ਰਹੀ, ਯਮੁਨਾ ਤੇ ਵਹਿਣ ਵਗੇ ਪਈ,
ਮਾਝਾ ਮਾਲਵਾ ਦੁਆਬਾ ਤੇ ਪੁਆਧ। ਮਾਝਾ ਮਾਲਵਾ ਦੁਆਬਾ ਤੇ ਪੁਆਧ, ਬਿਰਧ ਗੱਭਰੂ ਸਭ ਜਵਾਦ, ਸਿਰਾਂ ਤੇ ਮੜਾਸੇ ਕਰੇ ਬੈਠੇ। ਮਾਝਾ ਮਾਲਵਾ ਦੁਆਬਾ ਤੇ ਪੁਆਧ, ਬਿਰਧ ਗੱਭਰੂ ਤੇ ਸਭ ਜਵਾਦ, ਸਿਰਾਂ ਤੇ ਮੜਾਸੇ ਕਰੀ ਬੈਠੇ ਆ। ਹਰਿਆਣੇ ਦੇ ਨਿਆਣੇ ਤੇ ਕੀ ਸਿਆਣੇ, ਹਰਿਆਣੇ ਦੇ ਨਿਆਣੇ ਮਗਧ ਦੇ ਭਗਤ ਵੀ ਸਭ ਟਿਕਰੀ ਕੁੰਡਲੀ ਧੂਣੀਆਂ ਦਿਖਾਈ ਬੈਠੇ ਆ। ਚੁੰਨੀਆਂ ਚਾਦਰਾਂ ਧੋਤੀਆਂ ਤੇ ਲੁੰਗੀਆਂ, ਚਾਦਰਾਂ ਧੋਤੀਆਂ ਸਭ ਕਮਰ ਕੱਸਿਆਂ ਚ ਵੱਟ ਗਈਆਂ। ਚਿਰਾਂ ਸ਼ਰੀਕ ਪਲਕ ਜੱਫੀਆਂ ਖੁੱਲ ਨਹੀਂ ਰਹੀਆਂ, ਤੇ ਵਿਗੜੀਆਂ ਸਕੀਰੀਆਂ ਆਪਸ ਵਿੱਚ ਸ਼ੀਰਨੀਆਂ ਵੰਡਣ ਡਈਆਂ। ਤੇਗਾਂ ਚੜ ਰਹੀਆਂ, ਲੋਹਾਂ ਤਪ ਰਹੀਆਂ, ਛਕ ਰਹੀਆਂ, ਨਾ ਖਾਣ ਦੀ ਨਾ ਪੀਣ ਦੀ ਕੋਈ ਤੋਟ ਆ। ਸੱਚੇ ਪਾਤਸ਼ਾਹ ਦੀ ਸਭ ਥਾਵੇਂ ਵਰਤੀ ਪਈ ਓਟ ਆ। ਇੱਕ ਹੱਦ ਹੋਰ ਹੋ ਗਈ, ਇੱਕ ਹੱਦ ਹੋਰ ਹੋ ਗਈ, ਜੱਟਾਂ ਦੀ ਜੱਟ ਜੱਟ ਦੀ ਰੱਟ ਵੀ ਠੱਪ ਹੋ ਗਈ। ਜਾਤ ਪਾਤ ਰੰਗ ਨਸਲ ਹਰ ਫਸਲ ਕਿਸਾਨ ਦੇ ਨਾਂ ਹੋ ਗਈ। ਹੱਦ ਹੋਰ ਹੋ ਗਈ, ਜੱਟਾਂ ਦੀ ਜੱਟ ਜੱਟ ਦੀ ਰੱਟ ਵੀ ਠੱਪ ਹੋ ਗਈ। ਜਾਤ ਪਾਤ ਰੰਗ ਨਸਲ ਹਰ ਫਸਲ ਕਿਸਾਨ ਦੇ ਨਾਂ ਹੋ ਗਈ। ਊਚ ਨੀਚ ਦੇ ਭੇਦ ਭਾਵ ਸਭ ਮਿਟੇ ਪਏ, ਨਾਨਕ ਵੇਲਿਆਂ ਦਾ ਗੀਤ ਤੇ ਪਤਾਲੋ ਪਰਤਿਆ ਸੰਗੀਤ, ਇੱਕ ਮੰਚ ਤੇ ਇੱਕੋ ਵਾਜੇ ਚ ਵੱਜ ਰਹੇ। ਬਹੁਤ ਅੱਛੇ। ਦਿੱਲੀ ਦੀਆਂ ਜੂਹਾਂ ਚੋਂ ਕੁਝ ਰੂਹਾਂ ਬੋਲਦੀਆਂ ਸੁਣ ਰਹੀਆਂ, ਦਿੱਲੀ ਦੀਆਂ ਜੂਹਾਂ ਚੋਂ ਕੁਝ ਰੂਹਾਂ ਬੋਲਦੀਆਂ ਸੁਣ ਰਹੀਆਂ। ਸਿੰਘੂ ਬੈਠੇ ਇਹ ਸਿੰਘ ਉਹਨਾਂ ਦੀ ਹੀ ਵੰਸ਼ ਨੇ, ਜਿਨ੍ਹਾਂ ਕਦੇ ਕੱਚੀ ਗੜੀ ਤੋਂ ਲੱਖਾਂ ਦੀ ਬਾਹਰ ਨੂੰ ਵੰਗਾਰਿਆ ਸੀ। ਤੇ ਅੱਜ 18 ਮਹੀਨੇ ਰੜੇ ਮੈਦਾਨੋਂ ਸਮੇਂ ਦੀ ਜ਼ਾਲਮ ਸਰਕਾਰ ਨੂੰ ਵੰਗਾਰ ਰਹੇ ਨੇ। ਤੇ ਅੱਜ ਫੇਰ 18 ਮਹੀਨੇ ਰੜੇ ਮੈਦਾਨੋਂ ਸਮੇਂ ਦੀ ਜ਼ਾਲਮ ਸਰਕਾਰ ਦੇ ਹੰਕਾਰ ਨੂੰ ਵੰਗਾਰ ਰਹੇ ਨੇ। ਕਰਦਿਆਂ ਕੁਝ ਵਿਛੜ ਗਿਆ ਦੇ ਵਿਛੋੜੇ ਤਾਂ ਸਹਿਣੇ ਪਏ, ਮਾਰ ਕਰਦਿਆਂ ਵਿਛੜ ਗਿਆ ਦੇ ਵਿਛੋੜੇ ਤਾਂ ਸਹਿਣੇ ਪਏ। ਪਰ ਇਹ ਵੀ ਜਾਣਦਾ ਹਾਂ ਮਾਂ ਕਿ ਯੁੱਧ ਚ ਕੁੱਦੇ ਹੋਏ ਸਾਰੇ ਸੂਰਮੇ ਕਦੇ ਸਹੀ ਸਲਾਮਤ ਘਰ ਨਹੀਂ ਪਰਤਦੇ ਹੁੰਦੇ। ਮਾਂ ਇੱਥੇ ਰਾਤ ਰਾਤ ਭਰ ਸਿੱਦਕੀ ਸਿੰਘਾਂ ਦੀਆਂ ਫੋਟੋਆਂ ਖਿੱਚਦਾ, ਸੂਰਜ ਸਾਰਾ ਸਾਰਾ ਦਿਨ ਲੋਹਾਂ ਹੇਠ ਅੱਗ ਡਾਉਂਦਾ ਹੈ, ਤੇ ਮੈਂ ਆਥਣੇ ਜਦ ਰੋਟੀ ਖਾ ਤਾਰਿਆਂ ਦੇ ਮਖਾਣੇ ਚੱਬਦਾ ਤਾਂ ਪਤਾ ਨਹੀਂ ਲੱਗਦਾ ਕਦੋਂ ਸੌ ਜਾਣਾ। ਦਿਨ ਮਹਾਂ ਕੀ ਤਮਾਹੀ ਸ਼ਮਾਈ ਵੀ ਕੀ, ਦਿਨ ਮਹਾਂ ਕੀ ਤਮਾਹੀ ਸ਼ਮਾਈ ਵੀ ਕੀ, ਉਦੋਂ ਹੀ ਮੁੜਾਂਗੇ ਜਦੋਂ ਨਖੱਤਿਆਂ ਨੇ ਸਾਡੇ ਖੱਤਿਆਂ ਚੋਂ ਲਿਆਂਦੀ ਮਿੱਟੀ, ਸਾਵੀਂ ਦੀ ਸਾਵੀਂ ਮੋੜ ਦਿੱਤੀ। ਬਹੁਤ ਅੱਛੇ, ਬਹੁਤ ਵਧੀਆ। ਲਿਆਂਦੀ ਮਿੱਟੀ ਸਾਵੀਂ ਦੀ ਸਾਵੀਂ ਮੋੜ ਦਿੱਤੀ। ਮਾਂ ਤੂੰ ਫਿਕਰ ਨਾ ਕਰੀਂ, ਬਾਪੂ ਬਘੇਲ ਸੋ ਅਜੇ ਵੀ ਸਾਡੇ ਨਾਲ ਹੈ। ਇਤਿਹਾਸ ਤੇ ਵਰਤਮਾਨ ਦੋਨੋਂ ਬਲਵਿੰਦਰ ਸੰਧੂ ਹੋਰਾਂ ਦੀ ਕਵਿਤਾ ਦੇ ਵਿੱਚ ਨਾਲੋਂ ਨਾਲ ਚੱਲਦੇ ਦੇਖੇ ਅਸੀਂ। ਤੇ ਇਹ ਕਵਿਤਾ ਉਹ ਸਾਰੇ ਸੰਘਰਸ਼ ਦੀਆਂ ਵੱਖ-ਵੱਖ ਪਰਤਾਂ ਦਾ ਇੱਕ ਦਸਤਾਵੇਜ਼ ਵੀ ਦਿੱਲੀ ਦੇ ਵਿੱਚ ਵਾਪਰਿਆ। ਬਲਵਿੰਦਰ ਸੰਧੂ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਸੋਹਣੀ ਕਵਿਤਾ ਸਾਨੂੰ ਸੁਣਾਉਣ ਲਈ। ਤੇ ਹੁਣ ਮਿਲਦੇ ਹਾਂ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੂੰ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਨੇ, ਬਹੁਤ ਅੱਛੇ ਸ਼ਾਇਰਾਂ ਨੇ, ਪਹਿਲਾਂ ਵੀ ਲਗਾਤਾਰ ਇਸੇ ਤਰ੍ਹਾਂ ਕਵਿਤਾਵਾਂ ਲਿਖਦੇ ਰਹੇ ਨੇ, ਹਰ ਦੌਰ ਦੀ ਕਵਿਤਾ। ਤੇ ਅੱਜ ਦੇਖਦੇ ਹਾਂ ਇਹਨਾਂ ਦੀ ਕਵਿਤਾ ਦੇ ਵਿੱਚ ਕਿਹੜਾ ਰੰਗ ਉਗੜਦਾ ਹੈ। ਡਾਕਟਰ ਸਰਬਜੀਤ ਕੌਰ ਸੋਹਲ ਜੀ, ਬਤੌਰ ਸ਼ਾਇਰ ਤੁਹਾਡਾ ਸਵਾਗਤ ਹੈ। ਜੀ ਜੀ, ਬਹੁਤ ਸ਼ੁਕਰੀਆ ਡਾਕਟਰ ਦੀਪ, ਔਰ ਤੁਹਾਡੇ ਸਾਰੇ ਮਿਹਰਬਾਨਾਂ ਦਾ। ਅੱਜ ਬਿਲਕੁਲ ਨਵੇਂ ਈਡੀਅਮ ਦੀ ਕਵਿਤਾ ਵੀ ਸੁਣ ਰਹੇ ਹਾਂ ਅਸੀਂ। ਸੋ ਮੈਂ ਦੋ ਕਵਿਤਾਵਾਂ ਸੁਣਾਵਾਂਗੀ। ਪਹਿਲੀ ਹੈ ਸੰਘਰਸ਼ਸ਼ੀਲ ਅੰਨਦਾਤਾ। ਆ ਜਿਹੜੇ ਮੇਰੇ ਵਰਗੇ ਫੋਕੀ ਹਮਦਰਦੀ ਰੱਖਦੇ, ਸ਼ਬਦਾਂ ਦੇ ਸੰਘਰਸ਼ ਨਾਲ ਕ੍ਰਾਂਤੀ ਦੀ ਆਸ ਕਰਦੇ, ਮੁਸਲਸਲ ਤੈਨੂੰ ਬਲਦੀ ਦੇ ਬੁੱਥੇ ਤੱਕਦੇ।
ਮੁਸਲਸਲ ਤੈਨੂੰ ਬਾਲਦੀ ਦੇ ਬੁੱਥੇ ਧੱਕਦੇ, ਸ਼ਾਬਦਿਕ ਕ੍ਰਾਂਤੀ ਦੇ ਸੁਨਹਿਰੀ ਖਾਬ ਬੁਣਦੇ, ਪਿਛਲੀਆਂ ਸਫਾਂ ਵਿੱਚ ਖਲੋਤੇ। ਝੋਕ ਦੇਣਗੇ ਤੈਨੂੰ ਅਮੁਕ ਖੂਨੀ ਸੰਘਰਸ਼ ਵਿੱਚ, ਕਿੰਨਾ ਭੋਲਾ ਨਾਦਾਨ ਤੂੰ, ਪਟੜੀਆਂ ਤੇ ਬਹਿ ਚੱਕਾ ਜਾਮ ਕਰਨ ਲਈ, ਤਪਦੀਆਂ ਧੁੱਪਾਂ ਵਿੱਚ ਭੁੱਖਣ ਭਾਣਾ, ਪਸੀਨੋ ਪਸੀਨੀ ਜਿਹਾ ਬੇਸਮਝਾ, ਸੋਚਦਾ ਹੀ ਨਾ। ਬਸ ਚਾਹੁੰਦਾ ਸਿਰਫ 2 ਵੇਲੇ ਦੀ ਰੋਟੀ, ਸਹਿੰਦੀ ਸਹਿੰਦੀ ਖੁਸ਼ਹਾਲ ਜ਼ਿੰਦਗੀ। ਪਰ ਇੰਨੇ ਸਮੇਂ ਵਿੱਚ ਹੀ ਇਹ ਲੀਡਰ ਟਾਈਪ ਲੋਕ ਵੇਚ ਜਾਣਗੇ ਤੇਰੇ ਸੁਪਨੇ ਅਤੇ ਨਾਲੇ ਤੈਨੂੰ ਵੀ। ਕਿਆ ਬਾਤ, बहुत अच्छे, बहुत अच्छे। ਸ਼ੁਕਰੀਆ। ਆਲੇ ਭੋਲਿਆ ਤੇਰੀ ਪਸੀਨੇ ਨਾਲ ਚਿਪਕੀ ਕਮੀਜ਼ ਦਾ ਦਰਦ ਏਸੀ ਵਿੱਚ ਬੈਠਿਆਂ ਨੂੰ ਮਹਿਸੂਸ ਨਾ ਹੁੰਦਾ। ਸੁਣ ਕੇ ਜੇ ਚਾਹੁੰਦਾ ਹੈ ਅਸਲੀ ਤਬਦੀਲੀ, ਤਾਂ ਆਖ ਇਹਨਾਂ ਨੂੰ ਕਰਨ ਸੋਚ ਵਿੱਚ ਬਦਲਾ, ਕਿ ਇਹ ਲੈ ਕੇ ਤੁਰਨ ਨਾਲ ਤੈਨੂੰ ਆਪਣੇ ਹਿੱਸੇ ਦੀ ਅੱਧੀ ਰੋਟੀ, ਕਰਨ ਨਾਮ ਤੇਰੇ, ਕਿ ਤੂੰ ਹੀ ਹੈ ਇਹਨਾਂ ਦੇ ਹਿੱਸੇ ਦੀ ਕੁਰਬਾਨੀ ਦੇਣ ਵਾਲਾ, ਹੈ ਮੇਰੇ ਸੰਘਰਸ਼ਸ਼ੀਲ ਅੰਨਦਾਤਾ। ਕਿਆ ਬਾਤ ਹੈ, बहुत अच्छे। ਬਹੁਤ ਵਧੀਆ। ਮਿਹਰਬਾਨੀ ਜੀ। ਇਹ ਹੈ ਮੈਂ ਪਹਿਲਾਂ ਇੱਕ ਕਵਿਤਾ ਲਿਖੀ ਸੀ ਕਿ ਪੰਜਾਬ ਸਿਆਂ, ਤੇ ਉਹਦੇ ਚ ਉਹ ਸੀਗਾ ਕਿ ਉਹਦੇ ਬੱਚੇ ਨਸ਼ਈ ਹੋ ਗਏ ਨੇ, ਜਿਹੜੇ ਉਸ ਵੇਲੇ ਦੇ ਹਾਲਾਤ ਸੀ। ਤਾਂ ਉਹਦੇ ਸਮਾਨਾਂਤਰ ਜਿਹੜੀ ਹੁਣ ਮੈਂ ਦੀਪ ਜੀ ਲੇਟੈਸਟ ਲਿਖੀ ਕਵਿਤਾ ਅੱਜ ਹੀ ਪੂਰੀ ਕੀਤੀ ਆ, ਇਹ ਹੈ ਮੈਂ ਪੰਜਾਬ ਬੋਲਦਾ। ਇਹ ਥੋੜੀ ਬੋਲਡ ਆ, ਜਿਹਨੂੰ ਆਪਾਂ ਉਹ ਕਹਿੰਦੇ ਹੁੰਦੇ ਆ ਦੂਜੀ ਤਰ੍ਹਾਂ ਦੀ। ਮੈਂ ਪੰਜਾਬ ਬੋਲਦਾ, ਆ ਵੇਖ ਦਿੱਲੀਏ ਜਾਗ ਗਏ ਮੇਰੇ ਸੂਰਮੇ ਪੁੱਤ। ਆ ਵੇਖ ਦਿੱਲੀਏ ਜਾਗ ਗਏ ਮੇਰੇ ਸੂਰਮੇ ਪੁੱਤ, ਇੱਕ ਇੱਕ ਬਸ਼ਰ ਪੂਰਨ ਜਾਗਰੂਕ। ਬਸ ਇੱਕ ਹਾਕ ਗੁਰਾਂ ਦਾ ਨਾਮ, ਲੰਗਰ ਪੰਗਤ ਜਨ ਸੈਲਾਬ, ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਤੇਰੇ ਗੋਦੀ ਮੀਡੀਏ ਦੀਆਂ ਚਾਲਾਂ, ਜੋ ਦੱਸਦਾ ਸੀ ਸ਼ਰਾਬੀ ਨਸ਼ਈ, ਵੇਖ ਕੇ ਹੁਣ ਮੇਰੇ ਬਹਾਦਰ ਧੀਆਂ ਪੁੱਤ, ਬੱਚੇ ਬਾਬੇ ਮਾਤਾਵਾਂ ਜਵਾਨ, ਜੈਕਾਰੇ ਲਾਉਂਦੀਆਂ ਲਾਡਲੀਆਂ ਫੌਜਾਂ। ਜੈਕਾਰੇ ਲਾਉਂਦੀਆਂ ਲਾਡਲੀਆਂ ਫੌਜਾਂ, ਗੁਰੂ ਗੋਬਿੰਦ ਦੇ ਵਰਸਾਏ, ਜੋ ਸੰਘਰਸ਼ਸ਼ੀਲ ਕਿਰਤੀ ਕਿਸਾਨ, ਰਾਜਧਾਨੀ ਦੇ ਬਾਰਡਰਾਂ ਤੇ ਬੈਠੇ, ਜੋ ਆਪਣੇ ਹੀ ਦੇਸ ਪਰਾਇਆ ਵਾਂਗ। ਕਿ ਪੋ ਮਾਘ ਦੀ ਰੁੱਤੇ, ਜਦੋਂ ਰਜਾਈਆਂ ਵਿੱਚ ਵੀ ਅੰਗ ਠਰਦੇ, ਨੀਝ ਵਿੱਚ ਇਹਨਾਂ ਦੀ ਠੰਡਾ ਬੁਰਜ, ਮਾਂ ਗੁਜਰੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ। ਵੇਖ ਮੇਰੇ ਅੰਨਦਾਤਾ ਦਾ ਜਿਗਰਾ, ਵੇਖ ਮੇਰੇ ਅੰਨਦਾਤੇ ਦਾ ਜਿਗਰਾ, ਜੋ ਕਰਜ਼ੇ ਚ ਡੁੱਬਿਆ ਵੀ ਦੂਜੇ ਦਾ ਢਿੱਡ ਭਰਦਾ, ਕਿ ਅਠਾ ਕੁੱਠ ਦਾਤਾਂ ਦੀਆਂ ਬਰਸਾਤਾਂ, ਕਿ ਅਠਾ ਕੁੱਠ ਦਾਤਾਂ ਦੀਆਂ ਬਰਸਾਤਾਂ, ਮੇਰੇ ਜਾਇਆਂ ਦੀਆਂ ਸਿਦਕ ਦਿਲੀਆਂ, ਵਿਦੇਸ਼ਾਂ ਚ ਬੈਠੇ ਵੀ ਮੇਰਾ ਫਿਕਰ ਕਰਦੇ। ਆ ਵੇਖ ਸਿੰਘੂ ਬਾਰਡਰ ਤੇ ਸਭ ਭਾਈ ਕਨ੍ਹਈਏ ਹੀ ਬਣ ਗਏ। ਆ ਵੇਖ ਸਿੰਘੂ ਬਾਰਡਰ ਤੇ ਸਭ ਭਾਈ ਕਨ੍ਹਈਏ ਹੀ ਬਣ ਗਏ, ਡਾਂਗਾ ਮਾਰਨ ਵਾਲੇ ਨੂੰ ਵੀ ਲੰਗਰ ਪ੍ਰਸ਼ਾਦਾ ਛਕਾਉਣ ਡਏ। ਮੰਨਿਆ ਕਿ ਹਕੂਮਤ ਨਾਲ ਆਡਾ ਲੈਣਾ ਹੁੰਦਾ ਬੜਾ ਮੁਸ਼ਕਿਲ, ਮੰਨਿਆ ਕਿ ਹਕੂਮਤ ਨਾਲ ਆਡਾ ਲੈਣਾ ਹੁੰਦਾ ਏ ਬੜਾ ਹੀ ਮੁਸ਼ਕਿਲ, ਪਰ ਇਹ ਨਾ ਡਰਦੇ ਜਾਬਰਾਂ ਤੋਂ, ਕਲਮ ਕਰ ਦਿੰਦੇ ਉਹਨਾਂ ਦੇ ਹੀ ਸਿਰ। ਇਤਿਹਾਸ ਦੁਹਰਾਉਂਦੇ ਕੌਡੇ ਅਬਦਾਲੀ, ਇਤਿਹਾਸ ਦੁਹਰਾਉਂਦੇ ਕੌਡੇ ਅਬਦਾਲੀ, ਔਰੰਗਜ਼ੇਬ ਬਾਬਰ ਮੁੜ ਮੁੜ ਦੁਨੀਆ ਤੇ ਆਉਂਦੇ। ਆਣ ਪਈ ਤੇ ਵੇਖ ਮੇਰੇ ਪੁੱਤਰਾਂ ਨੂੰ, ਦੇਸੀ ਵਿਦੇਸੀ ਸਭ ਇਕਜੁੱਟ ਹੋ ਜਾਂਦੇ। ਵੇਖ ਪੰਜਾਬੀ ਇਹ ਧੁਰੋਂ ਵਰਸਾਏ, ਵੇਖ ਪੰਜਾਬੀ ਇਹ ਧੁਰੋਂ ਵਰਸਾਏ, ਗੁਰੂਆਂ ਦੀ ਬਖਸ਼ਿਸ਼ਾਂ ਜੰਮਦਿਆਂ ਹੀ ਸਿਰ ਤੇ, ਗੁਰੂ ਵਾਕ ਅਨੁਸਾਰ ਹੀ ਨਾਮ ਦਾ ਪਹਿਲਾ ਅੱਖਰ ਕਢਵਾਉਂਦੇ। ਕਿ ਵੇਖ ਪੰਜਾਬੀਆਂ ਦੀ ਦਹਾੜ, ਵੇਖ ਪੰਜਾਬੀਆਂ ਦੀ ਦਹਾੜ,
राजनेता सुन चुप गड़ुप, इकट्ठी हो गई है कुल लुकाई, रोटी दी सांझ हक्कां दी रसाई। रोटी दी सांझ हक्कां दी रसाई, हरियाणा, राजस्थान, यूपी, एमपी, कश्मीर, केरल ते नाले तमिलनाडु एकजुट एक मुठ जालम नू ललकार दे। बहुत अच्छे जी, एकजुट एक मुठ जालम नू ललकार दे, हक्कां लई अज ਇਹ पलट देणगे तख्त, के हंकार सिदक अगे झुकेगा जरूर, के हंकार सिदक अगे झुकेगा जरूर, रस्ता भावें मुश्किल पर सूझवान सेध, सियाणप सबर गुरुआं दा आशीर्वाद, इस संघर्ष लई पूरी दुनिया दा साथ। तू वेख सूरमे गाउंदे बीर रसी गीत, वारां ते बोलियां ते बीबियां दी प्रीत, के निक्के निक्के न्याणे भी हो गए जागरूक, सिख लैणे ने घोल इन्हां खो लैणे ने हक, ए बच्चे जवान वडेरे बजुर्ग। ਇਹ ਬੱਚੇ ਜਵਾਨ ਵਡੇਰੇ ਬਜ਼ੁਰਗ, ਗੁਰੂ ਨਾਨਕ ਦਾ ਫਲਸਫਾ, ਮਿੱਟੀ ਧੁੰਦ ਜਗ ਚਾਨਣ, ਇਹ ਉਸੇ ਦੇ ਵਰਸਾਏ ਲੱਖਾਂ ਕਰੋੜਾਂ। ਇਹ ਉਸੇ ਦੇ ਵਰਸਾਏ ਲੱਖਾਂ ਕਰੋੜਾਂ, ਤੇ ਇੱਕ ਇੱਕ ਬਸ਼ਰ ਸਵਾ ਸਵਾ ਲੱਖ। ਇਹ ਉਸੇ ਦੇ ਵਰਸਾਏ ਲੱਖਾਂ ਕਰੋੜਾਂ, ਤੇ ਇੱਕ ਇੱਕ ਬਸ਼ਰ ਸਵਾ ਸਵਾ ਲੱਖ। ਵੇਖ ਤਮਾਸ਼ਾ ਦਿੱਲੀ ਦਿਆ ਜਾਬਰ ਜਰਵਾਣਿਆ, ਵੇਖ ਤਮਾਸ਼ਾ ਦਿੱਲੀ ਦਿਆ ਜਾਬਰ ਜਰਵਾਣਿਆ, ਤੇਰੇ ਕਾਰਪੋਰੇਟੀ ਸੁਪਨੇ ਇਹਨਾਂ ਮਿੰਟਾਂ ਚ ਕਰਨੇ ਥੇ, ਜਨ ਸ਼ਕਤੀ ਮੋਰੇ ਨਾ ਤੇਰੀ ਔਕਾਤ। ਜਨ ਸ਼ਕਤੀ ਮੋਰੇ ਨਾ ਤੇਰੀ ਔਕਾਤ, ਕਿ ਇਹਨਾਂ ਨੇ ਲਿਖਣਾ ਹੁਣ ਆਪਣਾ ਇਤਿਹਾਸ, ਜਿੰਨੇ ਸ਼ੰਭੂ ਟੱਪਦੇ ਵਾਰਾਂ ਗਾਉਂਦੇ, ਜਿੰਨੇ ਸ਼ੰਭੂ ਟੱਪਦੇ ਵਾਰਾਂ ਗਾਉਂਦੇ, ਢੋਲੇ ਦੀਆਂ ਲਾਉਂਦੇ, ਜੈਕਾਰਿਆਂ ਨਾਲ ਅਸਮਾਨ ਗੁਜਾਉਂਦੇ, ਜੋਸ਼ ਜਜ਼ਬਾ ਸਬਰ ਸੰਤੋਖ ਦੀ ਅਗਵਾਈ, ਹਕੀਕਤਨ ਇਹ ਕ੍ਰਾਂਤੀ, ਹਕੀਕਤਨ ਇਹ ਕ੍ਰਾਂਤੀ, ਇਹ ਕ੍ਰਾਂਤੀ ਕੁੱਲ ਦੁਨੀਆ ਦੀ ਰਹਿਨੁਮਾਈ, ਜਾਤਾਂ ਜਮਾਤਾਂ ਧਰਮਾਂ ਦੀਆਂ ਵੰਡੀਆਂ ਤੋਂ ਉੱਪਰ, ਹਾਜ਼ਰ ਨਾਜ਼ਰ ਪੂਰਨ ਲੋਕਾਈ। ਆ ਵੇਖ ਦਿੱਲੀਏ, ਆ ਵੇਖ ਦਿੱਲੀਏ, ਹੁਣ ਤੇਰੀ ਸ਼ਾਮਤ ਆਈ, ਕ੍ਰਾਂਤੀ ਯੁੱਗ ਰੂਪਾਂਤਰਨ ਇਹ, ਹਨੇਰ ਗਰਦੀਆਂ ਦਾ ਹੋਣਾ ਫਿਰ ਅੰਤ, ਅਸ਼ਾਂਤੀ ਅਸਾਂ ਵੀ ਵੰਡ ਨੂੰ ਚੁੱਲ੍ਹੇ ਪਾ, ਅਸਾਂ ਖਾਣੀ ਵੰਡ ਖੰਡ, ਜਿਉਣ ਦੀ ਜਾਚ, ਜਿਉਣ ਦੀ ਜਾਚ, ਸਾਨੂੰ ਸ਼ਹੀਦੀਆਂ ਦਾ ਵਲ, ਟਿਕ ਨਾ ਸਕੇ ਸਾਡੇ ਮੂਹਰੇ ਕਦੇ ਵੀ ਜਾਬਰ, ਹਿਟਲਰ ਦਾ ਅੰਤ, ਹਿਟਲਰ ਦਾ ਅੰਤ ਕਰ ਮੁੜਨਗੇ ਧੀਆਂ ਪੁੱਤ, ਲਾਉਣਗੇ ਜੈਕਾਰੇ ਮਨਾਉਣਗੇ ਜਸ਼ਨ। ਹਿਟਲਰ ਦਾ ਅੰਤ ਕਰ ਮੁੜਨਗੇ ਧੀਆਂ ਪੁੱਤ, ਲਾਉਣਗੇ ਜੈਕਾਰੇ ਮਨਾਉਣਗੇ ਜਸ਼ਨ। ਤੂੰ ਵੇਖ ਦਿੱਲੀਏ ਹੁਣ ਦੂਰ ਨਹੀਂ ਉਹ ਦਿਨ, ਤੂੰ ਵੇਖ ਦਿੱਲੀਏ ਹੁਣ ਦੂਰ ਨਹੀਂ ਉਹ ਦਿਨ। ਬਹੁਤ ਕਿਆ ਬਾਤ, ਕਿਆ ਬਾਤ, बहुत अच्छे जी, बहुत अच्छे, बहुत अच्छे। ਨਹੀਂ ਉਹ ਦਿਨ ਸੱਚਮੁੱਚ ਲੱਖਾਂ ਲੋਕ ਉੱਥੇ ਇਸ ਉਡੀਕ ਦੇ ਵਿੱਚ ਬੈਠੇ ਨੇ ਕਿ ਜਲਦੀ ਉਹ ਦਿਨ ਆਵੇ ਤੇ ਅਸੀਂ ਉੱਥੋਂ ਜਸ਼ਨ ਮਨਾਉਂਦੇ ਆਪਣੇ ਘਰਾਂ ਨੂੰ ਪਰਤੀਏ। ਇਹ ਵੀ ਇਸ ਕਵਿਤਾ ਦੇ ਵਿੱਚ ਵੀ ਉਸ ਸੰਘਰਸ਼ ਦਾ ਪੂਰਾ ਜਿਹੜਾ ਇਤਿਹਾਸ ਹੈ ਉਹ ਆ ਰਿਹਾ ਹੈ ਕਿ ਉੱਥੇ ਕੀ ਕਿਵੇਂ ਵਾਪਰ ਰਿਹਾ ਹੈ। ਸੋ ਬਹੁਤ ਸ਼ੁਕਰੀਆ ਡਾਕਟਰ ਸਰਬਜੀਤ ਕੌਰ ਸੋਹਲ ਜੀ। ਡਾਕਟਰ ਸਾਹਿਬ, ਡਾਕਟਰ ਦੀਪ, ਮੈਂ ਬੇਨਤੀ ਕਰਾਂਗੀ ਕਿ ਤੁਸੀਂ ਵੀ ਆਪਣੀ ਕਵਿਤਾ ਜ਼ਰੂਰ ਸਾਨੂੰ ਸੁਣਾਓ। ਜੀ ਜੀ ਜੀ, ਠੀਕ ਹੈ ਜੀ, ਜੋ ਹੁਕਮ ਜੀ। ਮੈਂ ਪਹਿਲਾਂ ਉੱਥੇ ਵਾਸਤੇ ਇੱਕ ਦਿੱਲੀ ਵਾਸਤੇ ਇੱਕ ਕਿਸਾਨ ਗਿੱਧਾ ਜਿਹੜਾ ਮਲਵਈ ਗਿੱਧੇ ਦੇ ਪੈਟਰਨ ਤੇ ਤਿਆਰ ਕਰਵਾ ਰਿਹਾ ਜੀ। ਅਗਲੇ ਦਿਨਾਂ ਚ ਉਹਦਾ ਦਿੱਲੀ ਉੱਤੇ ਸ਼ੋਅ ਹੋਣਾ, ਉਹਦੀਆਂ 2 ਬੋਲੀਆਂ ਮੈਂ ਤੁਹਾਡੇ ਨਾਲ ਸਾਂਝੀ ਕਰਦਾ, ਉਸ ਤੋਂ ਬਾਅਦ ਕਵਿਤਾ ਪੇਸ਼ ਕਰੂੰਗਾ ਕਿਸਾਨੀ ਜੀ। ਇਰਸ਼ਾਦ। ਮਲਵਈ ਗਿੱਧੇ ਦੀ ਆਪਣੀ ਇੱਕ ਸ਼ੈਲੀ ਹੁੰਦੀ ਹੈ, ਸਿੱਧੀ ਮਤਲਬ ਦਰਸ਼ਕਾਂ ਨੂੰ ਸੰਬੋਧਨ ਕਰਕੇ ਜਿਹੜੀਆਂ ਹੈਗੀਆਂ ਨੇ ਬੋਲੀਆਂ ਲਿਖੀਆਂ ਜਾਂਦੀਆਂ ਨੇ। ਸੋ 2 ਬੋਲੀਆਂ ਪੇਸ਼ ਨੇ। ਪਹਿਲੀ ਬੋਲੀ, ਸੁਣ ਦਿੱਲੀਏ ਨੀ ਅਕਲੋਂ ਹਿੱਲੀਏ, ਸੁਣ ਦਿੱਲੀਏ ਨੀ ਅਕਲੋਂ ਹਿੱਲੀਏ, ਪੈ ਗਏ ਤੈਨੂੰ ਘੇਰੇ, ਪਹਿਲਾਂ ਵਾਲੇ ਜ਼ਖਮ ਨਹੀਂ ਭੁੱਲੇ ਨਵੇਂ ਛੇੜਲੇ ਛੇੜੇ। ਵਾਹ। ਸੁਣ ਦਿੱਲੀਏ ਨੀ ਅਕਲੋਂ ਹਿੱਲੀਏ, ਪੈ ਗਏ ਤੈਨੂੰ ਘੇਰੇ, ਪਹਿਲਾਂ ਵਾਲੇ ਜ਼ਖਮ ਨਹੀਂ ਭੁੱਲੇ ਨਵੇਂ ਛੇੜਲੇ ਛੇੜੇ,
ਸਾਡੇ ਢਿੱਡ ਤੇ ਲੱਤ ਮਾਰ ਕੇ ਢਿੱਡ ਨੂੰ ਧਰਨੇ ਤੇਰੇ, ਉੱਠੇ ਚੜ ਕੇ ਵੇਖ ਪੁੱਤਾਂ ਨੂੰ ਭਰੇ ਨੇ ਪਏ ਬਨੇਰੇ। ਹਾਂ ਕਰਦੇ ਜਾਂ ਨਾ ਕਰਦੇ ਤੂੰ, ਗੱਲ ਹੁਣ ਹੱਥ ਵਿੱਚ ਤੇਰੇ, ਲੀਕ ਖਿੱਚ ਕੇ ਬਹਿ ਗਏ ਬਾਬੇ ਕਰਨੇ ਹੁਣੇ ਨਵੇੜੇ। ਤੱਕੋਂ ਲੈ ਜਾਏਗੀ ਚੱਜ ਨਾ ਬਸਣ ਦੇ ਤੇਰੇ ਨੀ ਤੱਕ। ਇੱਥੋਂ ਲੈ ਜਾਏਗੀ। ਦੂਜੀ ਬੋਲੀ ਹੈ, ਸੁਣ ਦਿੱਲੀਏ ਨੀ ਖਚਰੀ ਬਿੱਲੀਏ ਦੁੱਧ ਪੀਣ ਤੂੰ ਗਿੱਜੀ। ਸੁਣ ਦਿੱਲੀਏ ਨੀ ਖਚਰੀ ਬਿੱਲੀਏ ਦੁੱਧ ਪੀਣ ਤੂੰ ਗਿੱਜੀ, ਜਣੇ ਖਣੇ ਨੂੰ ਭੱਜ ਭੱਜ ਪੈਂਦੀ ਜਿਉਂ ਫਸਲਾਂ ਨੂੰ ਟਿੱਡੀ। ਵਿੱਚ ਅਮਰੀਕੇ ਜਦੋਂ ਪਹੁੰਚਦੀ ਬਣਦੇ ਬਿੱਲੀ ਭਿੱਜੀ, ਆ ਕੀ ਤਿੰਨ ਕਾਨੂੰਨ ਬਣਾਏ ਸਮਝ ਕੇ ਤੂੰ ਕੀ ਤਿੱਗੀ। ਮਾਲਕ ਤੇਰੇ ਨੇ ਭਾਫ ਨਾ ਕੱਢੀ ਅੰਦਰੇ ਖਿਚੜੀ ਰਿੱਝੀ, ਉੱਪਰੋਂ ਉੱਪਰੋਂ ਅੱਖਾਂ ਕੱਢੇ ਵਿੱਚੋਂ ਵੱਜ ਗਈ ਘਿੱਗੀ ਨੀ ਹੁਣ ਤੂੰ ਦੇਖੀ ਜਾ, ਅਸੀਂ ਕਰਾਂਗੇ ਸਿੱਧੀ ਨੀ ਹੁਣ ਤੂੰ ਦੇਖੀ ਜਾ। ਵੈਰੀ ਗੁੱਡ, ਬਹੁਤ ਅੱਛਾ। ਦੇਖੀ ਜਾ, ਬਹੁਤ ਖੂਬ ਜੀ, ਬਹੁਤ ਖੂਬ। ਅਸੀਂ ਕਰਾਂਗੇ ਸਿੱਧੀ, ਵਾਕਈ ਇੰਨਾ ਜੋਸ਼ ਆ ਰਿਹਾ। ਹੁਣ ਇੱਕ ਕਵਿਤਾ ਜੀ, ਕਵਿਤਾ ਕਾਫੀ ਦੇਰ ਪਹਿਲਾਂ ਲਿਖੀ ਸੀ ਜਦੋਂ ਸੰਘਰਸ਼ ਸ਼ੁਰੂ ਹੋਇਆ ਸੀ। ਕਵਿਤਾ ਦਾ ਨਾਮ ਹੈ ਦਮਾਮੇ ਤੋਂ ਦਮਾਮੇ ਤੱਕ। ਜਦੋਂ ਤੁਹਾਡੇ ਵਿਹੜਿਆਂ ਵਿੱਚ ਭੁੱਖ ਸੀ, ਉਦੋਂ ਸਾਡੇ ਸਿਆੜਾਂ ਵਿੱਚ ਬੱਲੀਆਂ ਉੱਗਦੀਆਂ ਸੀ। ਜਦੋਂ ਤੁਹਾਡੇ ਵਿਹੜਿਆਂ 'ਚ ਭੁੱਖ ਉੱਗਦੀ ਸੀ, ਉਦੋਂ ਸਾਡੇ ਸਿਆੜਾਂ 'ਚ ਬੱਲੀਆਂ ਉੱਗਦੀਆਂ ਸੀ। ਤੇ ਮੈਂ ਹਾਲੀਆਂ ਪਾਲੀਆਂ ਤੇ ਚਿੜੀ ਜਨੌਰਾਂ ਤੋਂ ਲੈ ਕੇ ਤੁਹਾਡੇ ਤੀਕ ਸਭ ਦਾ ਢਿੱਡ ਭਰਦਾ ਸੀ, ਜਿਉਣ ਦਾ ਚਾਅ ਕਰਦਾ ਸੀ। ਫਿਰ ਉਹਨਾਂ ਬੱਲੀਆਂ ਨੂੰ ਕੁਝ ਬਲੀ ਅਗਵਾ ਕਰਕੇ ਮਹਾਬਲੀ ਬਣ ਗਏ। ਫਿਰ ਉਹਨਾਂ ਬੱਲੀਆਂ ਨੂੰ ਕੁਝ ਬਲੀ ਅਗਵਾ ਕਰਕੇ ਮਹਾਬਲੀ ਬਣ ਗਏ ਤੇ ਸਾਡੇ ਸਿਆੜਾਂ ਵਿੱਚ ਭੁੱਖਾਂ ਉੱਗਣ ਲੱਗੀਆਂ। ਜਦੋਂ ਬੱਲੀਆਂ ਸੁਨਹਿਰੀ ਭਾ ਮਾਰਦੀਆਂ ਸੀ, ਮੈਂ ਦਮਾਮੇ ਮਾਰਦਾ ਮੇਲੇ ਜਾਂਦਾ ਸੀ। ਜਦੋਂ ਬੱਲੀਆਂ ਸੁਨਹਿਰੀ ਭਾ ਮਾਰਦੀਆਂ ਸੀ, ਮੈਂ ਦਮਾਮੇ ਮਾਰਦਾ ਮੇਲੇ ਜਾਂਦਾ ਸੀ। ਮੇਰੀ ਰਾਣੋ ਧੀ ਪਿੱਪਲ ਤੇ ਪੀਂਘ ਪਾ ਧਰਤ ਤੇ ਅੰਬਰ ਦੇ ਵਿਚਕਾਰ ਲਹਿਰਾਉਂਦੀ, ਪਿੱਪਲ ਦੀਆਂ ਪਲੂਮਣਾ ਤੋੜ ਧਰਤ ਤੇ ਅੰਬਰ ਦਾ ਫਾਸਲਾ ਮਿਟ ਦਿੰਦੀ ਸੀ। ਉਸਦੀ ਕਰੋਸ਼ੀਏ ਦੀ ਚਾਦਰ ਤੇ ਕੰਢੇ ਮੋੜ ਤੇ ਘੁੱਗੀਆਂ ਪ੍ਰਵਾਜ਼ ਭਰਦੀ ਸੀ ਤੇ ਮੇਰੀ ਸੁਆਣੀ ਦੇ ਗੀਤਾਂ ਦੀ ਲੰਮੀ ਹੇਕ ਕੁੱਲ ਕਾਇਨਾਤ ਤੱਕ ਫੈਲ ਜਾਂਦੀ ਸੀ। ਫਿਰ ਜਦ ਕਰਜ਼ਿਆਂ ਦੇ ਬੋਝ ਥੱਲੇ ਸਾਡੇ ਅਰਮਾਨ ਗਹਿਣੇ ਟਿਕਣ ਲੱਗੇ, ਲੰਮੀ ਹੇਕ ਦੇ ਗੀਤ ਕੀਰਨਿਆਂ ਵਿੱਚ ਬਦਲ ਗਏ। ਫਿਰ ਜਦ ਕਰਜ਼ਿਆਂ ਦੇ ਬੋਝ ਥੱਲੇ ਸਾਡੇ ਅਰਮਾਨ ਗਹਿਣੇ ਟਿਕਣ ਲੱਗੇ, ਲੰਮੀ ਹੇਕ ਦੇ ਗੀਤ ਕੀਰਨਿਆਂ ਵਿੱਚ ਬਦਲ ਗਏ ਤੇ ਪੀਂਘ ਦਾ ਰੱਸਾ ਤੂੜੀ ਵਾਲੇ ਕੋਠੇ ਵਿੱਚ ਪਹੁੰਚ ਗਿਆ। ਤੇ ਰਾਣੋ ਧੀ ਕਾਨ ਜਿਹੇ ਵਰ ਨੂੰ ਤਰਸਦੀ ਹੁਬਕੀ ਹੁਬਕੀ ਰੋਣ ਲੱਗੀ, ਕਿਉਂਕਿ ਉਸਦੇ ਸੁਪਨਿਆਂ ਦੇ ਚਾਨਣ ਨੂੰ ਤਾਂ ਕਦੋਂ ਦੀ ਸਿਉਂ ਖਾ ਗਈ ਸੀ। ਪੁੱਤਾਂ ਦੇ ਸੁਪਨਿਆਂ ਦੇ ਰੰਗ ਚਿੱਟੇ ਹੋ ਗਏ ਸੀ। ਬੜੀਆਂ ਰੀਝਾਂ ਨਾਲ ਕੋਠੀ ਦੇ ਸਿਖਰ ਤੇ ਧਰੀ ਟੈਂਕੀ ਫੁੱਟਬਾਲ ਵਰਗੀ ਤਾਂ ਹੋ ਗਈ ਸੀ, ਪਰ ਨਾ ਖੇਡਣ ਲਈ ਜ਼ਮੀਨ ਬਚੀ ਸੀ ਤੇ ਨਾ ਖਿਡਾਰੀ। ਬੜੀਆਂ ਰੀਝਾਂ ਨਾਲ ਕੋਠੀ ਦੇ ਸਿਖਰ ਤੇ ਧਰੀ ਟੈਂਕੀ ਫੁੱਟਬਾਲ ਵਰਗੀ ਤਾਂ ਹੋ ਗਈ ਸੀ, ਪਰ ਨਾ ਖੇਡਣ ਲਈ ਜ਼ਮੀਨ ਬਚੀ ਸੀ ਤੇ ਨਾ ਖਿਡਾਰੀ। ਘਾਹ ਚੁੱਲ੍ਹਿਆਂ ਵਿੱਚ ਉੱਗ ਆਇਆ ਸੀ ਤੇ ਅੱਗ ਸ਼ਮਸ਼ਾਨਾਂ ਵਿੱਚ। ਘਾਹ ਚੁੱਲ੍ਹਿਆਂ ਵਿੱਚ ਉੱਗ ਆਇਆ ਸੀ ਤੇ ਅੱਗ ਸ਼ਮਸ਼ਾਨਾਂ ਵਿੱਚ। ਬੇਸੁਰ ਹੋ ਗਈ ਸੀ ਸਾਹਾਂ ਦੀ ਸਰਗਮ ਤੇ ਜਿਉਣਾ ਮਰਨ ਦੀ ਜੂਨੇ ਪੈ ਗਿਆ ਸੀ। ਫਿਰ ਸੋਚਿਆ ਮਨਾ, ਕਿਉਂ ਨਾ ਆਪਣੇ ਗਲ ਦਾ ਸਾਫਾ ਆਪਣੇ ਸੁਪਨਿਆਂ ਦੇ ਕਾਤਲ ਦੇ ਗਲ 'ਚ ਪਾ ਕੇ ਇੱਕ ਵਾਰ ਪੁੱਛਾਂ ਤਾਂ ਸਹੀ ਕਿ ਸ਼ਾਤਰ ਬੰਦਿਆ, ਅਸੀਂ ਤਾਂ ਤੈਨੂੰ ਰੋਟੀ ਦਿੱਤੀ ਸੀ, ਤੂੰ ਸਾਡੇ ਹੱਥਾਂ 'ਚ ਜ਼ਹਿਰ ਕਿਉਂ ਥਮਾ ਦਿੱਤੀ? ਅਸੀਂ ਤਾਂ ਤੈਨੂੰ ਰੋਟੀ ਦਿੱਤੀ ਸੀ, ਤੂੰ ਸਾਡੇ ਹੱਥਾਂ 'ਚ ਜ਼ਹਿਰ ਕਿਉਂ ਥਮਾ ਦਿੱਤੀ? ਜ਼ਹਿਰ ਦੇ ਵਪਾਰੀਆ, ਯਾਦ ਰੱਖੀ, ਜੇ ਸਾਨੂੰ ਮਰਨਾ ਆਉਂਦਾ ਹੈ ਤਾਂ ਅਣਖ ਨਾਲ ਜਿਉਣਾ ਵੀ ਆਉਂਦਾ ਹੈ। ਉਸ ਵਕਤ ਮੈਂ ਆਪਣੇ ਆਪ ਨੂੰ ਵੀ ਸਵਾਲ ਕੀਤਾ ਸੀ ਕਿ ਮਨਾ, ਜਿਸ ਧਰਤ ਨੂੰ ਕਦੇ ਬਾਬੇ ਨਾਨਕ ਨੇ ਕਿਰਤ ਦੇ ਫਾਲੇ ਨਾਲ ਥੱਲਿਆ ਸੀ, ਉਸ ਭੁਰਭਰੀ ਹੋਈ ਮਿੱਟੀ ਵਿੱਚ ਕਦੇ ਭਗਤ ਸਿੰਘ ਨੇ ਦਮੂਖਾਂ ਬੀਜੀਆਂ ਸਨ ਤੇ ਸਰਾਭੇ ਨੇ ਗਦਰ ਬੀਜਿਆ ਸੀ, ਫਿਰ ਮੈਂ ਖੁਦਕੁਸ਼ੀਆਂ ਦੀ ਫਸਲ ਕਿਉਂ ਬੀਜਾਂ? ਇਹ ਮਨਾ, ਜਿਸ ਧਰਤ ਨੂੰ ਕਦੇ ਬਾਬੇ ਨਾਨਕ ਨੇ ਕਿਰਤ ਦੇ ਫਾਲੇ ਨਾਲ ਥੱਲਿਆ ਸੀ, ਉਸ ਭੁਰਭਰੀ ਹੋਈ ਮਿੱਟੀ ਵਿੱਚ ਕਦੇ ਭਗਤ ਸਿੰਘ ਨੇ ਦਮੂਖਾਂ ਬੀਜੀਆਂ ਸਨ ਤੇ ਸਰਾਭੇ ਨੇ ਗਦਰ, ਫਿਰ ਮੈਂ ਖੁਦਕੁਸ਼ੀਆਂ ਦੀ ਫਸਲ ਕਿਉਂ ਬੀਜਾਂ? ਮੈਂ ਵੀ ਕਮੀਆਂ ਦੇ ਸੂਰਜ ਬਣਾਂਗਾ, ਹਨੇਰਿਆਂ ਦੀ ਕੁੱਖ ਚੋਂ ਪੌ ਫੁਟਾਲੇ ਵਾਂਗ ਚੜਾਂਗਾ, ਦਮਾਮੇ ਦੀ ਗਰਦ ਝਾੜਾਂਗਾ, ਸੱਬਰ ਕੱਤਾ ਬੋਲ ਦੇ ਕੋਲ ਧਰਾਂਗਾ, ਪੈਰਾਂ ਤੋਂ ਬਹੁਤ ਨਹੀਂ ਮਰਾਂਗਾ, ਆਪਣੇ ਹਿੱਸੇ ਦਾ ਅੰਬਰ ਕੋ ਰੱਜ ਕੇ ਜਿਉਣ ਦੀ ਕੋਸ਼ਿਸ਼ ਕਰਾਂਗਾ, ਰੱਜ ਕੇ ਜਿਉਣ ਦੀ ਕੋਸ਼ਿਸ਼ ਕਰਾਂਗਾ। ਬਹੁਤ ਅੱਛੇ ਡਾਕਟਰ ਸਾਹਿਬ, ਬਹੁਤ ਖੂਬ ਜੀ, ਬਹੁਤ ਬਹੁਤ ਸ਼ੁਕਰੀਆ ਜੀ।
ਬਹੁਤ ਤੇ ਹੁਣ ਕਮਾਲ ਦੀ ਆਪਾਂ ਨਜ਼ਮ ਹੈ। ਚੱਲਦੇ ਹਾਂ ਸਤਪਾਲ ਭੀਖੀ ਹੋਰਾਂ ਕੋਲੇ। ਸਤਪਾਲ ਭੀਖੀ ਵੀ ਲਗਾਤਾਰ ਦਿੱਲੀ ਦੇ ਨਾਲ ਵੀ ਜੁੜੇ ਹੋਏ ਨੇ, ਕਵਿਤਾ ਦੇ ਨਾਲ ਵੀ ਜੁੜੇ ਹੋਏ ਨੇ, ਤੇ ਇਹਦੀ ਕਵਿਤਾ ਦੇ ਵਿੱਚ ਕਵਿਤਾ ਤੇ ਦਿੱਲੀ ਦੋਨੇ ਇੱਕ ਮਿਕ ਹੋ ਜਾਂਦੇ ਨੇ। ਆਓ ਸੁਣਦੇ ਹਾਂ ਸਤਪਾਲ ਭੀਖੀ। ਹਾਜ਼ਰੀਨ ਦੋਸਤੋ, ਇਹਨਾਂ ਦਿਨਾਂ ਦੇ ਵਿੱਚ ਕੁਝ ਗੀਤ ਲਿਖੇ ਨੇ, ਤਾਂ ਮੈਂ ਚਾਹੁੰਦਾ ਕਿ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂ। ਸਿੰਘੂ ਤੇ ਟਿੱਕਰੀ ਚ ਜਾਂਦੇ ਆ, ਉਹਨਾਂ ਦੀਆਂ ਆਵਾਜ਼ਾਂ ਨੂੰ ਸੁਣਦੇ ਆ, ਮੇਰਾ ਜੀ ਕਰਦਾ ਕਿ ਮੈਂ ਲੈ ਦੇ ਵਿੱਚ ਇੱਕ ਗੀਤ ਪੇਸ਼ ਕਰਾਂ। ਭਾਵੇਂ ਮੈਨੂੰ ਲੈ ਦੇ ਵਿੱਚ ਗਾਉਣਾ ਨਹੀਂ ਆਉਂਦਾ, ਪਰ ਜੋ ਵੀ ਆ ਉਹ ਜਿੰਦਾਬਾਦ ਦੇ ਵਿੱਚ ਹੋਊਗਾ। ਕੀ ਬਾਤ ਹੈ। ਉਸ ਤੋਂ ਪਹਿਲਾਂ ਅੱਜ ਮੈਂ ਸਿਰਫ 6 ਲਾਈਨਾਂ ਲਿਖੀਆਂ ਨੇ, ਉਹ ਕਿਸੇ ਨੇ ਗੀਤ ਮੰਗਿਆ ਦੋਸਤ ਨੇ, ਉਹਦੀਆਂ ਲਾਈਨਾਂ ਮੈਂ ਤੁਹਾਨੂੰ ਬੋਲ ਕੇ ਸੁਣਾਉਣੀ ਚਾਹੁੰਦਾ। ਪਹਿਲਾਂ ਕੁਦਰਤ ਮਾਂ ਨੇ ਸਾਰੇ ਇੱਕੋ ਜਿਹੇ ਜੰਮੇ, ਲਾਲਚ ਬਣਾ ਦਿੰਦਾ ਸਭ ਨੂੰ ਨਿਕੰਮੇ। ਕੁਦਰਤ ਮਾਂ ਨੇ ਸਾਰੇ ਇੱਕੋ ਜਿਹੇ ਜੰਮੇ, ਲਾਲਚ ਬਣਾ ਦਿੰਦਾ ਸਭ ਨੂੰ ਨਿਕੰਮੇ। ਇੱਕ ਟਿੱਬਿਆਂ ਚ ਕਰੇ ਕਿਰਤਾਂ ਨੂੰ ਛਾਂ, ਇੱਕ ਟਿੱਬਿਆਂ ਚ ਕਰੇ ਕਿਰਤਾਂ ਨੂੰ ਛਾਂ, ਦੂਜਾ ਪਾਣੀ ਵਿੱਚ ਚਮਕੇ ਪਟੋਲਾ ਬਣ ਕੇ। ਕਮਲ ਦਾ ਫੁੱਲ ਬਦੀ ਉੱਤੇ ਆ ਗਿਆ, ਖੜੇ ਕਿੱਕਰਾਂ ਦੇ ਫੁੱਲ ਬਾਰਡਰ ਤੇ ਤਣ ਕੇ। ਕਮਲ ਦਾ ਫੁੱਲ ਬਦੀ ਉੱਤੇ ਆ ਗਿਆ, ਖੜੇ। ਤੇ ਦੋਸਤੋ, ਇਹ ਗੀਤ ਪੂਰਾ ਕਰਨਾ ਤੇ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਨਾ, ਕਿਸਾਨਾਂ ਤੇਰਾ ਸ਼ੁਕਰੀਆ। ਕੀ ਬਾਤ ਹੈ। ਖੁੰਡੀਆਂ ਕਟਾਰਾਂ ਤਲਵਾਰ ਹੋ ਗਈਆਂ, ਥਰੀਆਂ ਕਲਮਾਂ ਅੰਗਿਆਰ ਹੋ ਗਈਆਂ। ਖੁੰਡੀਆਂ ਕਟਾਰਾਂ ਤਲਵਾਰ ਹੋ ਗਈਆਂ, ਥਰੀਆਂ ਕਲਮਾਂ ਅੰਗਿਆਰ ਹੋ ਗਈਆਂ। ਹੁਸਨੀਆਂ ਰੁੱਤਾਂ ਵੀ ਬਹਾਰ ਹੋ ਗਈਆਂ, ਹੁਸਨੀਆਂ ਰੁੱਤਾਂ ਵੀ ਬਹਾਰ ਹੋ ਗਈਆਂ। ਕੱਖੀਆਂ ਆਵਾਜ਼ਾਂ ਲਲਕਾਰ ਹੋ ਗਈਆਂ। ਕਿਸਾਨਾਂ ਤੇਰਾ ਸ਼ੁਕਰੀਆ, ਅੰਨਦਾਤਿਆ ਸ਼ੁਕਰੀਆ, ਉਹ ਕਿਰਤੀਆ ਸ਼ੁਕਰੀਆ, ਕਬੀਲਦਾਰਾ ਸ਼ੁਕਰੀਆ। ਅਗਲਾ ਬੰਦ ਨੌਜਵਾਨਾਂ ਲਈ ਹੈ। ਨੌਜਵਾਨਾਂ ਨਵੀਂ ਅੰਗੜਾਈ ਭਰੀ ਹੈ, ਪੌਣੀ ਨਾਲੋਂ ਜ਼ਿੰਦਗੀ ਸਵਾਈ ਕਰੀ ਹੈ। ਨੌਜਵਾਨਾਂ ਨਵੀਂ ਅੰਗੜਾਈ ਭਰੀ ਹੈ, ਪੌਣੀ ਨਾਲੋਂ ਜ਼ਿੰਦਗੀ ਸਵਾਈ ਕਰੀ ਹੈ। ਹੱਕਾਂ ਲਈ ਜਿੰਦ ਤਲੀ ਉੱਤੇ ਠਰੀ ਹੈ, ਹੱਕਾਂ ਲਈ ਜਾਨ ਤਲੀ ਉੱਤੇ ਠਰੀ ਹੈ। ਬੜਾ ਚਿਰ ਦਿੱਲੀ ਦੀ ਗੁਲਾਮੀ ਜਰੀ ਹੈ। ਕਿਸਾਨਾਂ ਤੇਰਾ ਸ਼ੁਕਰੀਆ, ਅੰਨਦਾਤਿਆ ਸ਼ੁਕਰੀਆ, ਉਹ ਕਿਰਤੀਆ ਸ਼ੁਕਰੀਆ, ਕਬੀਲਦਾਰਾ ਸ਼ੁਕਰੀਆ। ਤੀਜਾ ਬੰਦਾ ਜੀ ਡਾਕਟਰ ਸਾਹਿਬ। ਹਾਂਜੀ ਹਾਂ, ਸਵਾਗਤ ਹੈ ਜੀ। ਦਿੱਲੀ ਧਾੜਕਾ ਦੇ ਤਿੱਖੇ ਦੰਦ ਫੋੜਤੇ, ਬੈਰੀ ਦੇ ਬਣਾਏ ਸਾਰੇ ਕਿਲੇ ਤੋੜਤੇ। ਦਿੱਲੀ ਧਾੜਕਾ ਦੇ ਤਿੱਖੇ ਦੰਦ ਫੋੜਤੇ, ਬੈਰੀ ਦੇ ਬਣਾਏ ਸਾਰੇ ਕਿਲੇ ਤੋੜਤੇ। ਘਰੀ ਬੈਠੇ ਰੁੱਸਿਆਂ ਦੇ ਸਿਰ ਜੋੜਤੇ, ਘਰੀ ਬੈਠੇ ਰੁੱਸਿਆਂ ਦੇ ਸਿਰ ਜੋੜਤੇ। ਆ ਗਿਆ ਆਜ਼ਾਦੀ ਵਾਲੇ ਨਵੇਂ ਮੋੜ ਤੇ। ਕਿਸਾਨਾਂ ਤੇਰਾ ਸ਼ੁਕਰੀਆ, ਅੰਨਦਾਤਿਆ ਸ਼ੁਕਰੀਆ, ਉਹ ਕਿਰਤੀਆ ਸ਼ੁਕਰੀਆ, ਕਬੀਲਦਾਰਾ ਸ਼ੁਕਰੀਆ। ਆਖਰੀ ਬੰਦਾ ਜੀ। ਖੁਦਕੁਸ਼ੀਆਂ ਦਾ ਠੱਪ ਦੌਰ ਮਿੱਤਰੋ, ਸੇਕਣਗੇ ਰੱਸੇ ਹੁਣ ਮੋਰ ਮਿੱਤਰੋ। ਖੁਦਕੁਸ਼ੀਆਂ ਦਾ ਠੱਪ ਦੌਰ ਮਿੱਤਰੋ, ਸੇਕਣਗੇ ਰੱਸੇ ਹੁਣ ਮੋਰ ਮਿੱਤਰੋ। ਝੂਲ ਦੇ ਚੜ੍ਹਤ ਵਾਲੇ ਚੌਰ ਮਿੱਤਰੋ, ਝੂਲ ਦੇ ਚੜ੍ਹਤ ਵਾਲੇ ਚੌਰ ਮਿੱਤਰੋ। ਇਕੱਠੇ ਹੋ ਗਏ ਸਿੰਘ ਅਤੇ ਕੌਰ ਮਿੱਤਰੋ। ਕਿਸਾਨਾਂ ਤੇਰਾ ਸ਼ੁਕਰੀਆ, ਅੰਨਦਾਤਿਆ ਸ਼ੁਕਰੀਆ, ਕਿਰਤੀਆ ਸ਼ੁਕਰੀਆ, ਕਬੀਲਦਾਰ ਸ਼ੁਕਰੀਆ, ਉਹ ਦਿੱਲੀਏ ਸ਼ੁਕਰੀਆ, ਸਾਹਿਤਕਾਰੋ ਸ਼ੁਕਰੀਆ। ਕੀ ਬਾਤ, ਮਿਹਰਬਾਨੀ। ਬਹੁਤ ਵਧੀਆ। ਬਹੁਤ ਸੋਹਣਾ ਰੰਗ। ਸੱਚਮੁੱਚ ਕਿਸਾਨਾਂ ਨੇ ਸਾਨੂੰ ਜਿਉਣ ਜੋਗੇ ਕਰਤਾ, ਨਹੀਂ ਤਾਂ ਸਾਡੇ ਤੇ ਬਹੁਤ ਸਾਰੇ ਇਲਜ਼ਾਮ ਲੱਗੇ ਸੀ ਸਾਡੇ ਇਸ ਯੁੱਗ ਤੇ ਕਿ ਅਸੀਂ ਲੜਨ ਜੋਗੇ ਨਹੀਂ ਰਹੇ ਹੈਗੇ। ਕਿਸਾਨਾਂ ਨੇ ਸਾਨੂੰ ਨਵੀਂ ਤਾਕਤ ਦਿੱਤੀ ਹੈ, ਤੇ ਉਸ ਨਵੀਂ ਤਾਕਤ ਦੇ ਰੰਗ ਦੇ ਵਿੱਚ ਸਾਡੀ ਕਵਿਤਾ ਵੀ ਜਵਾਨ ਹੋ ਰਹੀ ਹੈ, ਸਾਡੇ ਗੀਤ ਵੀ ਜਵਾਨ ਹੋ ਰਹੇ ਨੇ, ਨਵੀਆਂ ਨਵੀਆਂ ਸਿਨਫਾਂ ਆ ਰਹੀਆਂ ਨੇ। ਤੁਸੀਂ ਹੈਰਾਨ ਹੋਵੋਗੇ ਜਿਹੜੇ ਸਾਥੀ ਉੱਥੇ ਜਾ ਕੇ ਆਏ ਨੇ ਕਿ ਕਿਵੇਂ ਫੋਕ ਵਿਜ਼ਡਮ ਹੈ ਜਿਹੜੀ ਉਹ ਕਵਿਤਾ ਦਾ ਰੂਪ ਲੈ ਰਹੀ ਹੈ। ਕਿੰਨੇ ਸਲੋਗਨ, ਕਿੰਨੇ ਨਾਰੇ, ਕਿੰਨੇ ਮਾਟੋ ਲਿਖੇ ਜਾ ਰਹੇ ਨੇ, ਇਮੇਜਿਨ ਵੀ ਨਹੀਂ ਕਰ ਸਕਦੇ। ਉਹ ਵੀ ਸ਼ਾਇਰੀ ਦਾ, ਉਹ ਵੀ ਕਵਿਤਾ ਦਾ ਇੱਕ ਰੂਪ ਨੇ। ਮਤਲਬ ਕਿਸ ਤਰ੍ਹਾਂ ਮਤਲਬ ਲੋਕ ਆਪ ਸਿਰਜ ਰਹੇ ਨੇ ਬਹੁਤ ਕੁਛ।
ਇੰਨੀਆਂ ਫਾਰਮਸ ਨਿਕਲ ਰਹੀਆਂ ਨੇ ਸਾਡੀ ਕਵਿਤਾ ਦੀਆਂ, ਸਾਡੇ ਗੀਤਾਂ ਦੀਆਂ, ਸਾਡੀ ਸ਼ਾਇਰੀ ਦੀਆਂ। ਹਰ ਬੰਦਾ ਨਵਾਂ ਰੰਗ ਲੈ ਕੇ ਆ ਰਿਹਾ ਹੈ। ਸੋ ਕਲਾ ਨੂੰ ਇੱਕ ਬਹੁਤ ਵੱਡੀ ਜ਼ਮੀਨ ਦਿੱਤੀ ਹੈ, ਸਾਡੀ ਕਵਿਤਾ ਨੂੰ, ਸਾਡੇ ਸਾਹਿਤ ਨੂੰ ਬਹੁਤ ਵੱਡੀ ਜ਼ਮੀਨ ਦਿੱਤੀ ਹੈ। ਸੰਘਰਸ਼ ਨੇ ਸਾਨੂੰ ਜਿਉਣ ਯੋਗ ਕੀਤਾ ਹੈ। ਸੋ ਸੱਚਮੁੱਚ ਉਹਨਾਂ ਦਾ ਸ਼ੁਕਰੀਆ ਤੇ ਸਤਪਾਲ ਭੀਖੀ ਦਾ ਵੀ ਸ਼ੁਕਰੀਆ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਅੰਮ੍ਰਿਤਸਰ ਵੱਲ, ਮਿਲਦੇ ਹਾਂ ਅਰਤਿੰਦਰ ਸੰਧੂ ਮੈਡਮ ਹੋਰਾਂ ਨੂੰ। ਅਰਤਿੰਦਰ ਸੰਧੂ ਹੋਰੇ ਵੀ ਲਗਾਤਾਰ ਵਕਤ ਦੇ ਨਾਲ ਸਿਰਜਦੇ ਰਹਿੰਦੇ ਨੇ ਤੇ ਅੱਜ ਆਪਾਂ ਦੇਖਦੇ ਹਾਂ ਉਹਨਾਂ ਦੀ ਕਵਿਤਾ ਦਾ ਨਵਾਂ ਰੰਗ। ਮੈਡਮ ਅਰਤਿੰਦਰ ਸੰਧੂ ਜੀ। हाँ जी, आवाज आ रही है? जी जी मैम, जी जी आ रही। हाँ जी, पहली कविता है जी। दिल वर्गा तेरा ना नहीं दिलिए। क्या बात। दिल वर्गा तेरा ना नहीं दिलिए, पर तू दिल तो ही नहीं। दिल वर्गा तेरा ना नहीं दिलिए, पर तू दिल तो ही नहीं। तेरा अपना लहू तो चिट्टा, पर खुद तू रत पीनी। वाह वाह। चाहे वाह वाह। ਚਾਹੇ ਲੋਕਾਂ ਦੇ ਸਿਰ ਨੀਵੇਂ, ਚਾਹੇ ਲੋਕਾਂ ਦੇ ਸਿਰ ਨੀਵੇਂ, ਸਭ ਦੇ ਮੂੰਹ ਤੇ ਤਾਲੇ। ਕਿੰਜ ਜਰੇਂਗੀ ਸਾਵੇਂ ਖੜਕੇ ਕਾਰਨ ਪੁੱਛਣ ਵਾਲੇ, ਪਰ ਕਿਸਾਨ ਨਾ ਡਰਦਾ, ਪਰ ਕਿਸਾਨ ਨਾ ਡਰਦਾ ਦਿਲੀਏ, ਇਹ ਕਸ਼ਟਾਂ ਦਾ ਜਾਇਆ। ਹੱਦਾਂ ਦੀ ਰਾਖੀ ਕਰਦੇ ਜਿਸ ਆਪਣਾ ਖੂਨ ਵਹਾਇਆ। ਕੱਕਰ ਤੇ ਭੱਠ ਲੋਆਂ, ਕੱਕਰ ਤੇ ਭੱਠ ਲੋਆਂ ਜਿਸਨੇ ਪਿੰਡਿਆਂ ਉੱਤੇ ਹੰਡਾਇਆ। ਸੱਪਾਂ ਦੀਆਂ ਸਿਰੀਆਂ ਮਿੱਤੀਆਂ, ਮਿੱਟੀਆਂ ਅੰਨ ਉਗਾਇਆ। ਇਸ ਦੇ ਮਹਿਲਾਂ ਵਿੱਚ ਬਿਠਾਇਆ, ਇਸ ਦੇ ਮਹਿਲਾਂ ਵਿੱਚ ਬਿਠਾਇਆ। ਐਸਾ ਕਾਜੇ ਚ ਆਇਆ, ਸਾਰੇ ਦੇਸ਼ ਦਾ ਢਿੱਡ ਭਰੇ ਜੋ ਹੁਣ ਸੜਕਾਂ ਤੇ ਆਇਆ। ਜਿਸ ਦੀ ਕਿਰਤ ਦੀ ਰੋਟੀ ਖਾਵੇ, ਉਸਨੂੰ ਰੋਜ਼ ਡਰਾਵੇ। ਸੋਨ ਆਂਡਿਆਂ ਵਾਲੀ ਮੁਰਗੀ ਹੁਣ ਤੂੰ ਕੌਣਾ ਚਾਵੇਂ। ਪਰ ਇਤਿਹਾਸ ਜੇ ਵਾਚ ਲਵੇਂ, ਪਰ ਇਤਿਹਾਸ ਜੇ ਵਾਚ ਲਵੇਂ ਤਾਂ ਸੁਰਤਾਂ ਆਉਣ ਟਿਕਾ। ਧਰਤੀ ਦੇ ਪੁੱਤਰਾਂ ਦੇ ਸਾਵੇਂ ਝੜੇ ਕਈ ਜਰਵਾਣੇ। ਲੋਕਾਂ ਦਾ ਹੱਕ ਖੋਣ ਵਾਲੇ ਨੂੰ ਮਿਲੀ ਨਾ ਇੱਥੇ ਟੋਈ। ਧਰਤੀ ਅਤੇ ਕਿਸਾਨ ਦਾ ਰਿਸ਼ਤਾ ਤੋੜ ਨਾ ਸਕਿਆ ਕੋਈ। ਧਰਤੀ ਅਤੇ ਕਿਸਾਨ ਦਾ ਰਿਸ਼ਤਾ ਤੋੜ ਨਾ ਸਕਿਆ। ਬਹੁਤ ਵਧੀਆ। ਦੂਸਰੀ ਛੋਟੀ ਜੀ ਕਵਿਤਾ ਹੈ ਮੇਰੇ ਲੋਕੋ। ਮੇਰੇ ਲੋਕੋ ਨਾਜ਼ੁਕ ਹੈ ਸਮਾਂ, ਚਲੋ ਸੰਭਲ ਕੇ ਅੱਖ ਖੋਲ ਕੇ। ਤਖਤਾਂ ਦੀ ਜਾਗੀ ਹੈ ਤਵਾਂ, ਸਾਨੂੰ ਰੱਖਣਾ ਚਾਹੁੰਦੇ ਰੋਲ ਕੇ। ਮੇਰੇ ਲੋਕੋ ਨਾਜ਼ੁਕ ਹੈ ਸਮਾਂ, ਚਲੋ ਸੰਭਲ ਕੇ ਅੱਖ ਖੋਲ ਕੇ। ਤਖਤਾਂ ਦੀ ਜਾਗੀ ਹੈ ਤਵਾਂ, ਸਾਨੂੰ ਰੱਖਣਾ ਚਾਹੁੰਦੇ ਰੋਲ ਕੇ। ਇੱਕ ਵੀ ਨਹੀਂ ਹਨ ਵੀ ਕਈ, ਇੱਕ ਵੀ ਨਹੀਂ ਹਨ ਵੀ ਕਈ, ਆਪਸ ਚ ਹਿੱਸੇਦਾਰ ਵੀ। ਸਾਨੂੰ ਲਾਰਿਆਂ ਵਿੱਚ ਘੇਰਦੇ ਕਰਦੇ ਨੇ ਜਾਂਦੇ ਵਾਰ ਵੀ। ਇੱਕ ਦਿਨ ਇਵੇਂ ਹੀ ਆਏ ਸਨ, ਇੱਕ ਦਿਨ ਇਵੇਂ ਹੀ ਆਏ ਸਨ, ਕਿਤੋਂ ਦੂਰ ਲੈ ਕੇ, ਕਿਤੋਂ ਦੂਰੋਂ ਲੈ ਕੇ ਲੋਚ ਉਹ। ਉਜਾੜ ਕੇ ਚਮਨ ਗਏ ਤੇ ਬੀਜ ਗਏ ਇੱਥੇ ਸੋਚ ਉਹ। ਉਹੀ ਸੋਚ, ਉਹੀ ਸੋਚ ਤੇ ਉਹੀ ਲੋਚ, ਉਹੀ ਸੋਚ ਤੇ ਉਹੀ ਲੋਚ ਹੁਣ ਪਰਛਾਵੇਂ ਬਣ ਕੇ ਆ ਰਹੀ। ਸਾਡੇ ਪੌਣ ਪਾਣੀ ਧਰਤ ਨੂੰ ਹੱਥ ਕੜੀਆਂ ਲਾਉਂਦੀ ਜਾ ਰਹੀ। ਅਸੀਂ ਸਾਡੀ ਨਾੜ ਸਾਂਝੀ ਧਰਤ ਸੰਗ, ਸਾਡੀ ਨਾੜ ਸਾਂਝੀ ਧਰਤ ਸੰਗ, ਸਾਂਝੇ ਨੇ ਸਾਡੇ ਸਾਹ ਤੇ ਰਾਹ। ਕਿਸੇ ਤਾਕ ਵਿੱਚ ਬੈਠੀ ਬਲਾ ਦਾ ਕਿਸ ਤਰ੍ਹਾਂ ਕਰੀਏ ਵਿਸਾ। ਦਿੱਲੀ ਹੈ, ਦਿੱਲੀ ਹੈ ਤੇ ਸੰਗ ਤਖਤ ਹੈ, ਦਿੱਲੀ ਹੈ ਤੇ ਸੰਗ ਤਖਤ ਹੈ, ਸੰਗ ਆ ਰਹੀ ਕਾਲੀ ਹਵਾ। ਦਿੱਲੀ ਹੈ ਤੇ ਸੰਗ ਤਖਤ ਹੈ, ਸੰਗ ਆ ਰਹੀ ਕਾਲੀ ਹਵਾ। ਇਹਦੇ ਮਕਰ ਦਾ ਇਤਿਹਾਸ ਹੈ, ਇਹਦੇ ਕਾਰੇ ਬਣ ਗਏ ਵਬਾ। ਤੇਰੇ ਝੂਠ, ਤੇਰੇ ਝੂਠ ਦਿੱਲੀਏ ਜਾਣਦੇ, ਤੇਰੇ ਝੂਠ ਦਿੱਲੀਏ ਜਾਣਦੇ। ਅਸੀਂ ਸੱਚ ਦੇ ਪੈਰੋਕਾਰ ਹਾਂ, ਸਾਨੂੰ ਇਹੋ ਸਮਝ ਜਗਾ ਗਈ, ਅਸੀਂ ਤੇਰੇ ਸ਼ੁਕਰਗੁਜ਼ਾਰ ਹਾਂ। ਸੰਗ ਸੱਚ ਸੰਗ ਆਪਣਤ ਆ, ਸੰਗ ਸੱਚ ਸੰਗ ਆਪਣਤ ਆ। ਦਿਲ ਜਾਨ ਸਾਡੀ ਹੈ ਨਿਸਾਰ, ਕੈਰੀ ਨਜ਼ਰ ਦੀ ਨੀਤ ਨੂੰ ਪੁੱਤ ਧਰਤ ਦੇ ਰਹੇ ਨੇ ਵੰਗਾਰ। ਤੇਰੇ ਝੂਠ, ਤੇਰੇ ਝੂਠ ਤੇਰੀਆਂ ਸਿਆਸਤਾਂ ਤੋਂ ਹਾਰਨਾ ਨਹੀਂ ਡੋਲ ਕੇ।
ਤੇਰੇ ਝੂਠ ਤੇਰੀਆਂ ਸਿਆਸਤਾਂ ਤੋਂ ਹਾਰਨਾ ਨਹੀਂ ਡੋਲ ਕੇ। ਅਸੀਂ ਤਰਕ ਤੇ ਸੰਘਰਸ਼ ਵੀ ਰੱਖੇ ਨੇ ਸਾਵੇਂ ਤੋਲ ਕੇ। ਮੇਰੇ ਲੋਕੋ ਨਾਜ਼ੁਕ ਹੈ ਸਮਾਂ, ਮੇਰੇ ਲੋਕੋ ਨਾਜ਼ੁਕ ਹੈ ਸਮਾਂ, ਚਲੋ ਸੰਭਲ ਕੇ ਅੱਖ ਖੋਲ ਕੇ, ਤਖਤਾਂ ਦੀ ਜਾਗੀ ਹੈ ਤਮਾ। ਸਾਨੂੰ ਰੱਖਣਾ ਚਾਹੁੰਦੇ ਰੋਲ ਕੇ, ਸਾਨੂੰ ਰੱਖਣਾ ਚਾਹੁੰਦੇ ਰੋਲ ਕੇ। ਸ਼ੁਕਰੀਆ। ਬਹੁਤ ਵਧੀਆ, ਬਹੁਤ ਵਧੀਆ, ਬਹੁਤ ਖੂਬ ਜੀ, ਬਹੁਤ ਖੂਬ ਜੀ। ਧੰਨਵਾਦ ਹਰਜਿੰਦਰ ਸੰਧੂ ਮੈਮ। ਇਸ ਤੋਂ ਬਾਅਦ ਸਾਡੇ ਕੋਲੇ 2 ਸ਼ਾਇਰ ਨੇ। ਪਹਿਲਾਂ ਅਸੀਂ ਸੁਣਾਂਗੇ ਸੁਰਜੀਤ ਜੱਜ ਹੋਰਾਂ ਨੂੰ। ਸੁਰਜੀਤ ਜੱਜ ਹੋਰੀ ਅੱਜ ਕੱਲ੍ਹ ਬਹੁਤ ਸਰਗਰਮ ਨੇ, ਪ੍ਰਗਤੀਸ਼ੀਲ ਲੇਖ ਸੰਘ ਦੇ ਪਲੇਟਫਾਰਮ ਤੋਂ ਲਗਾਤਾਰ ਦਿੱਲੀ ਦੇ ਨਾਲ ਜੁੜੇ ਹੋਏ ਨੇ। ਹੁਣੇ ਇੱਕ ਬਹੁਤ ਵੱਡਾ ਮਾਰਚ ਕੱਢ ਕੇ ਹਟੇ ਨੇ ਖਟਕੜ ਕਲਾਂ ਤੱਕ, ਤੇ ਦਿੱਲੀ ਵੀ ਲਗਾਤਾਰ ਲੇਖਾਂ ਦੇ ਜਥਿਆਂ ਦੇ ਨਾਲ ਜਾ ਚੁੱਕੇ ਨੇ। ਆਓ ਦੇਖਦੇ ਹਾਂ ਸੁਰਜੀਤ ਜੱਜ ਹੋਰਾਂ ਦੀ ਸ਼ਾਇਰੀ ਦੇ ਵਿੱਚ ਸੰਘਰਸ਼ ਦੇ ਰੰਗ। ਹਾਂਜੀ ਜੀ, ਇੱਕ ਨਵੇਂ ਗੀਤ ਤੋਂ ਪਹਿਲਾਂ ਕੁਝ ਸਤਰਾਂ ਨੇ। ਹਾਂਜੀ। ਕਿ ਦੁਨੀਆ ਭਰ ਦੇ ਕੁੱਲ ਮਖੌਟੇ ਚਿਹਰੇ ਤੇ ਚਿਪਕਾ ਲਏ ਨੇ ਮੈਂ। ਦੁਨੀਆ ਭਰ ਦੇ ਕੁੱਲ ਮਖੌਟੇ ਚਿਹਰੇ ਤੇ ਚਿਪਕਾ ਲਏ ਨੇ ਮੈਂ। ਸ਼ੀਸ਼ੇ ਮੈਨੂੰ ਵੇਖ ਨਾ ਹੱਸਣ, ਸਭ ਸ਼ੀਸ਼ੇ ਧੁੰਦਲਾ, ਮੈਨੂੰ ਵੇਖ ਕੇ ਹੱਸ ਸਕਣ ਨਾ, ਸਭ ਸ਼ੀਸ਼ੇ ਧੁੰਦਲਾ ਲਏ ਨੇ ਮੈਂ। ਸਭ ਸ਼ੀਸ਼ੇ ਧੁੰਦਲਾ ਲਏ ਨੇ ਮੈਂ। ਮੇਰੀ ਜੈ ਜੈਕਾਰ ਕਰਨ ਨੂੰ ਅੰਧ ਭਗਤਾਂ ਦੀ ਫੌਜ ਖੜੀ ਹੈ। ਮੇਰੀ ਜੈ ਜੈਕਾਰ ਕਰਨ ਨੂੰ ਅੰਧ ਭਗਤਾਂ ਦੀ ਫੌਜ ਖੜੀ ਹੈ। ਮਾਂ ਮੈਨੂੰ ਟੈਗੋਰ ਬਣਾ ਦੇ, ਦਾੜੀ ਵਾਲ ਵਧਾ ਲਏ ਨੇ ਮੈਂ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਮਾਂ ਮੈਨੂੰ ਟੈਗੋਰ ਬਣਾ ਦੇ, ਦਾੜੀ ਵਾਲ ਵਧਾ ਲਏ ਨੇ ਮੈਂ। ਚੁੱਕ ਗੀਤ ਹੈ ਕਿ ਖੋ ਕੇ ਨਿੱਕ ਸਾਡਾ ਹੈਂਕੜਾਂ ਦਾ ਪੱਠ ਤਾਵੇ ਜੋ। ਖੋ ਕੇ ਨਿੱਕ ਸਾਡਾ ਹੈਂਕੜਾਂ ਦਾ ਪੱਠ ਤਾਵੇ ਜੋ। ਦਿਨੋਂ ਦਿਨ ਹੱਦੋਂ ਵੱਧ ਅੱਤ ਚੁੱਕੀ ਜਾਵੇ ਜੋ। ਹੱਕ ਸੱਚ ਦੇ ਸਵੰਬਰਾਂ ਨੂੰ ਸੰਨ ਲਾਵੇ ਜੋ। ਖਾਲੀ ਹੱਥੀ 40 ਚੋਰਾਂ ਦੀ ਬਰਾਤ ਘੱਲਾਂਗੇ, ਤੁਹਾਨੂੰ ਦਿੱਲੀਓਂ ਬੇਰੰਗ ਗੁਜਰਾਤ ਘੱਲਾਂਗੇ। ਤੁਹਾਨੂੰ ਦਿੱਲੀਓਂ ਬੇਰੰਗ ਗੁਜਰਾਤ ਘੱਲਾਂਗੇ। ਹੋ ਕੇ ਨਿੱਘ ਸਾਡਾ ਹੈਂਕੜਾਂ ਦਾ ਪੱਠ ਤਾਵੇ ਜੋ। ਦਿਨੋਂ ਦਿਨ ਹੱਦੋਂ ਵੱਧ ਅੱਤ ਚੁੱਕੀ ਜਾਵੇ ਜੋ। ਹੱਕ ਸੱਚ ਦੇ ਸਵੰਬਰਾਂ ਨੂੰ ਸੰਨ ਲਾਵੇ ਜੋ। ਖਾਲੀ ਹੱਥੀ 40 ਚੋਰਾਂ ਦੀ ਬਰਾਤ ਘੱਲਾਂਗੇ, ਤੁਹਾਨੂੰ ਦਿੱਲੀਓਂ ਬੇਰੰਗ ਗੁਜਰਾਤ ਘੱਲਾਂਗੇ। ਬੜੀ ਲੰਮੀ ਹੈ ਕਹਾਣੀ ਫਸਲਾਂ ਦੀ ਲੁੱਟ ਦੀ, ਹਾਰ ਹੰਭ ਕੇ ਵੀ ਸਾਡੀ ਨਾ ਉਮੀਦ ਟੁੱਟਦੀ। ਬੜੀ ਲੰਮੀ ਹੈ ਕਹਾਣੀ ਫਸਲਾਂ ਦੀ ਲੁੱਟ ਦੀ, ਹਾਰ ਹੰਭ ਕੇ ਵੀ ਸਾਡੀ ਨਾ ਉਮੀਦ ਟੁੱਟਦੀ। ਉਹ ਧੱਕੇ ਸ਼ਾਹੀਆਂ ਦੀ ਜੋ ਗੈਰ ਸਾਰੀ ਧੋ ਸੁੱਟਦੀ, ਅਸੀਂ ਪਿੰਡਾਂ ਵਿੱਚੋਂ ਐਸੀ ਬਰਸਾਤ ਘੱਲਾਂਗੇ, ਤੁਹਾਨੂੰ ਦਿੱਲੀਓਂ ਬੇਰੰਗ ਗੁਜਰਾਤ ਘੱਲਾਂਗੇ। ਤੁਹਾਨੂੰ ਦਿੱਲੀਓਂ ਬੇਰੰਗ ਗੁਜਰਾਤ ਘੱਲਾਂਗੇ। ਤੇਰੇ ਪੱਥਰਾਂ ਦਾ ਹਲਾਂ ਨੇ ਗਰੂਰ ਤੋੜਨਾ, ਤੇਰੇ ਪੱਥਰਾਂ ਦਾ ਹਲਾਂ ਨੇ ਗਰੂਰ ਤੋੜਨਾ। ਦਾਤੀ ਥੌੜਿਆਂ ਨੇ ਸਿੱਖ ਲਿਆ ਸਿਰ ਜੋੜਨਾ। ਤੇਰੇ ਪੱਥਰਾਂ ਦਾ ਹਲਾਂ ਨੇ ਗਰੂਰ ਤੋੜਨਾ, ਦਾਤੀ ਥੌੜਿਆਂ ਨੇ ਸਿੱਖ ਲਿਆ ਸਿਰ ਜੋੜਨਾ। ਉਹ ਜਿੰਨੇ ਤੇਰਿਆਂ ਤੂਫਾਨਾਂ ਦਾ ਹੈ ਮੂੰਹ ਮੋੜਨਾ, ਅੰਨ ਦਾਤੇ ਹਾਂ ਅਨੋਖੀ ਕੋਈ ਦਾਤ ਘੱਲਾਂਗੇ, ਤੁਹਾਨੂੰ ਦਿੱਲੀਓਂ ਬੇਰੰਗ ਗੁਜਰਾਤ ਘੱਲਾਂਗੇ। ਤੁਹਾਨੂੰ ਦਿੱਲੀਓਂ ਬੇਰੰਗ ਗੁਜਰਾਤ ਘੱਲਾਂਗੇ। ਉਹ ਨੀਂਦ ਭੋਲਿਆਂ ਪਰਿੰਦਿਆਂ ਦੀ ਫੇਰ ਖੋ ਲਈ, ਲੋ ਦੀਵਿਆਂ ਦੀ ਵੰਡ ਕੇ ਹਨੇਰ ਖੋ ਲਈ। ਨੀਂਦ ਭੋਲਿਆਂ ਪਰਿੰਦਿਆਂ ਦੀ ਫੇਰ ਖੋ ਲਈ, ਲੋ ਦੀਵਿਆਂ ਦੀ ਵੰਡ ਕੇ ਹਨੇਰ ਖੋ ਲਈ। ਉਹ ਜਿਹੜੇ ਵਿਹੜਿਆਂ ਦੀ ਤੁਸੀਂ ਹੈ ਸਵੇਰ ਖੋ ਲਈ, ਅਸੀਂ ਉਹਨਾਂ ਲਈ ਨਵੀਂ ਪ੍ਰਭਾਤ ਘੱਲਾਂਗੇ, ਤੁਹਾਨੂੰ ਦਿੱਲੀਓਂ ਬੇਰੰਗ ਗੁਜਰਾਤ ਘੱਲਾਂਗੇ। ਉਹ ਮਿੱਟੀ ਮਾਂ ਦੇ ਸੱਚੇ ਮੋਹ ਦਾ ਨੇ ਜੋ ਨਿੱਘ ਮਾਣਦੇ, ਮਿੱਟੀ ਮਾਂ ਦੇ ਸੱਚੇ ਮੋਹ ਦਾ ਜੋ ਨਿੱਘ ਮਾਣਦੇ। ਉਹ ਜਿਹੜੇ ਅੰਬਰੀ ਚੰਦੋਏ ਹਿੰਮਤਾਂ ਦੇ ਤਾਣ ਦੇ, ਜਿਹੜੇ ਅੰਬਰੀ ਚੰਦੋਏ ਹਿੰਮਤਾਂ ਦੇ ਤਾਣ ਦੇ। ਤਾਜਾਂ ਤਖਤਾਂ ਦੀ ਧੌਂਸ ਨੂੰ ਜੋ ਟਿੱਚ ਜਾਣਦੇ, ਤਾਜਾਂ ਤਖਤਾਂ ਦੀ ਧੌਂਸ ਨੂੰ ਜੋ ਟਿੱਚ ਜਾਣਦੇ। ਲੱਖਾਂ ਮੀਰਾਂ ਮਨਸੂਰ ਸੁਕਰਾਤ ਘੱਲਾਂਗੇ, ਤੁਹਾਨੂੰ ਦਿੱਲੀਓਂ ਬੇਰੰਗ ਗੁਜਰਾਤ ਘੱਲਾਂਗੇ। ਤੁਹਾਨੂੰ ਦਿੱਲੀਓਂ ਬੇਰੰਗ ਗੁਜਰਾਤ ਘੱਲਾਂਗੇ। ਉਹ ਜਾਗ ਉੱਠੀਆਂ ਮਸ਼ਾਲਾਂ ਨੂੰ ਸਲਾਮ ਕਹਿਣ ਨੂੰ, ਜਾਗ ਉੱਠੀਆਂ ਮਸ਼ਾਲਾਂ ਨੂੰ ਸਲਾਮ ਕਹਿਣ ਨੂੰ। ਸਦਾ ਚਾਨਣਾ ਦੇ ਖਾਬ ਸੁਰਜੀਤ ਰਹਿਣ ਨੂੰ,
ਉਹ ਲਾਲ ਕਿਲੇ 'ਚ ਮੁਹੱਬਤਾਂ ਦੀ ਲੋਏ ਬਹਿਣ ਨੂੰ ਚੰਨਾ ਤਾਰਿਆਂ ਦੇ ਗੀਤ ਗਾਉਂਦੀ ਰਾਤ ਕੱਲਾਂਗੇ। ਲਾਲ ਕਿਲੇ 'ਚ ਮੁਹੱਬਤਾਂ ਦੀ ਲੋਏ ਬਹਿਣ ਨੂੰ ਚੰਨਾ ਤਾਰਿਆਂ ਦੇ ਗੀਤ ਗਾਉਂਦੀ ਰਾਤ ਕੱਲਾਂਗੇ। ਤੁਹਾਨੂੰ ਦਿੱਲੀਓਂ ਬੇਰੰਗ ਗੁਜਰਾਤ ਕੱਲਾਂਗੇ। ਤੁਹਾਨੂੰ ਦਿੱਲੀਓਂ ਬੇਰੰਗ ਗੁਜਰਾਤ ਕੱਲਾਂਗੇ। ਤੁਹਾਨੂੰ ਦਿੱਲੀਓਂ ਬੇਰੰਗ ਗੁਜਰਾਤ ਕੱਲਾਂਗੇ। ਸ਼ੁਕਰੀਆ। ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਬਹੁਤ ਸੰਬੋਧਨੀ ਲਹਿਜ਼ੇ ਦੀ ਕਵਿਤਾ ਜਿਹੜੀ ਖਾਸ ਤੌਰ ਤੇ, ਕਿਉਂਕਿ ਜਦੋਂ ਸੰਘਰਸ਼ ਚੱਲਦਾ ਹੈ, ਜਦੋਂ ਸਟਰਗਲ ਚੱਲਦੀ ਹੈ, ਇਸ ਕਿਸਮ ਦੀਆਂ ਕਵਿਤਾਵਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ, ਜਿਹੜੀ ਸਿੱਧੇ ਤੌਰ ਤੇ ਦਰਸ਼ਕਾਂ ਨੂੰ ਸੰਬੋਧਿਤ ਕਵਿਤਾ ਹੁੰਦੀ ਹੈ ਤੇ ਉਹ ਸਿੱਧੇ ਤੌਰ ਤੇ ਅਪੀਲ ਕਰਦੀ ਹੈ। ਭਾਵੇਂ ਅਸੀਂ ਕਈ ਵਾਰੀ ਕਵਿਤਾਵਾਂ ਨੂੰ ਇਸ ਕਿਸਮ ਦੇ ਦਾਇਰਿਆਂ 'ਚ ਵੰਡ ਦਿੰਦੇ ਹਾਂ ਕਿ ਇਹ ਤਤਕਾਲ ਦੀ ਸ਼ਾਇਰੀ ਹੈ, ਇਹ ਚਿਰਕਾਲ ਦੀ ਸ਼ਾਇਰੀ ਹੈ, ਪਰ ਇਹੋ ਜਿਹੀ ਸ਼ਾਇਰੀ ਦਾ ਆਪਣਾ ਇੱਕ ਰੰਗ ਹੁੰਦਾ ਹੈ ਜਿਹੜੀ ਸਿੱਧੇ ਤੌਰ ਤੇ ਸਾਡੇ ਦਿਲਾਂ ਦੇ ਅੰਦਰ ਉਤਰਦੀ ਹੈ। ਸੋ ਬਹੁਤ ਖੂਬਸੂਰਤ, ਬਹੁਤ ਧੰਨਵਾਦ ਜੱਜ ਸਾਹਿਬ। ਇਸ ਤੋਂ ਪਹਿਲਾਂ ਕਿ ਅਸੀਂ ਸਾਡੀ ਬੁਲੰਦ ਸ਼ਾਇਰਾ ਪਾਲ ਕੌਰ ਨੂੰ ਸੁਣੀਏ, ਮੇਰੇ ਸਾਹਮਣੇ ਇੱਕ ਬਾਬਾ ਨਜ਼ਮੀ ਦੇ ਕੁਝ ਬੋਲ ਨੇ, ਉਹ ਮੈਂ ਤੁਹਾਡੇ ਨਾਲ ਸਾਂਝੇ ਕਰ ਰਹੀ ਹਾਂ। ਬਾਬਾ ਨਜ਼ਮੀ ਨਾਲ ਕੁਝ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ WhatsApp ਦੀ ਕੁਝ ਸਮੱਸਿਆ ਉਹਨਾਂ ਦੀ, ਇਸ ਕਰਕੇ ਉਹ ਸ਼ਾਮਲ ਨਹੀਂ ਹੋ ਸਕੇ ਹੈਗੇ। ਉਹਨਾਂ ਦੇ ਕੁਝ ਸ਼ੇਰ ਮੈਂ ਤੁਹਾਡੇ ਨਾਲ ਸਾਂਝੇ ਕਰਦਾ। ਭਾਰ ਬਥੇਰੇ ਪਾ ਨਾ ਦਿੱਲੀਏ ਸਾਡੇ ਤੇ, ਤਾਕਤ ਨੂੰ ਅਜ਼ਮਾ ਨਾ ਦਿੱਲੀਏ ਸਾਡੇ ਤੇ। ਭਾਰ ਵਧੇਰੇ ਪਾ ਨਾ ਦਿੱਲੀਏ ਸਾਡੇ ਤੇ, ਤਾਕਤ ਨੂੰ ਅਜ਼ਮਾ ਨਾ ਦਿੱਲੀਏ ਸਾਡੇ ਤੇ। ਅਸੀਂ ਪੰਜਾਬੀ ਅੜੀਏ ਅਣਖੀ ਸਦੀਆਂ ਤੋਂ, ਚੌਧਰ ਨਵੀਂ ਜਮਾ ਨਾ ਦਿੱਲੀਏ ਸਾਡੇ ਤੇ। ਇੱਟ ਦਾ ਅਸੀਂ ਜਵਾਬ ਜੇ ਦੇਈਏ ਪੱਥਰ ਨਾਲ, ਕੱਲ ਨੂੰ ਕਰੀ ਗਿਲਾ ਨਾ ਦਿੱਲੀਏ ਸਾਡੇ ਤੇ, ਕੱਲ ਨੂੰ ਕਰੀ ਗਿਲਾ ਨਾ ਦਿੱਲੀਏ ਸਾਡੇ ਤੇ। ਤੋ ਸਾਰੇ ਪੰਜਾਬ ਦੇ ਲੋਕ, ਚਾਹੇ ਉਧਰਲਾ ਪੰਜਾਬ, ਚਾਹੇ ਇੱਧਰਲਾ ਪੰਜਾਬ, ਚਾਹੇ ਕੈਨੇਡਾ ਵਾਲਾ ਪੰਜਾਬ, ਚਾਹੇ ਅਮਰੀਕਾ ਵਾਲਾ ਪੰਜਾਬ, ਜਿੱਥੇ ਜਿੱਥੇ ਵੀ ਦੁਨੀਆ ਦੇ ਵਿੱਚ ਪੰਜਾਬੀ ਵਸਦੇ ਨੇ, ਉਹਨਾਂ ਸਾਰੇ ਲੋਕਾਂ ਨੇ ਕਿਸਾਨ ਸੰਘਰਸ਼ ਦੇ ਨਾਲ ਜੁੜ ਕੇ ਹਾਂ ਦਾ ਨਾਅਰਾ ਮਾਰਿਆ ਹੈ, ਆਪਣੀ ਸ਼ਮੂਲੀਅਤ ਕੀਤੀ ਹੈ। ਕਿਸੇ ਨੇ ਪੈਸਿਆਂ ਦੇ ਰੂਪ ਵਿੱਚ ਮਦਦ ਕੀਤੀ ਹੈ, ਕਿਸੇ ਨੇ ਕਵਿਤਾਵਾਂ ਦੇ ਰੂਪ ਵਿੱਚ ਮਦਦ ਕੀਤੀ ਹੈ, ਕੋਈ ਫਿਜ਼ੀਕਲ ਆਪ ਆ ਕੇ ਸ਼ਾਮਲ ਹੋਇਆ ਹੈ। ਸੋ ਇਸ ਵੇਲੇ ਪੂਰੀ ਦੁਨੀਆ ਦਾ ਜਿਹੜਾ ਪੰਜਾਬੀ ਹੈ, ਜਾਂ ਪੂਰੀ ਦੁਨੀਆ ਦਾ ਕਿਸਾਨ ਪੱਖੀ ਜਿਹੜੇ ਲੋਕ ਨੇ, ਕਿਰਤ ਨਾਲ ਜੁੜੇ ਹੋਏ ਲੋਕ ਨੇ, ਉਹ ਇਸ ਸੰਘਰਸ਼ ਦੇ ਨਾਲ ਨੇ। ਤੇ ਹੁਣ ਆਪਾਂ ਚੱਲਦੇ ਹਾਂ ਪ੍ਰੋਗਰਾਮ ਦੇ ਸਿਖਰ ਤੇ ਪਾਲ ਕੌਰ ਹੋਰਾਂ ਵੱਲ। ਪਾਲ ਕੌਰ ਆਪਣੇ ਦੌਰ ਦੇ ਬੁਲੰਦ ਸ਼ਾਇਰ ਨੇ ਤੇ ਬਹੁਤ ਖੂਬਸੂਰਤ ਕਵਿਤਾਵਾਂ ਲਿਖਦੇ ਨੇ। ਆਓ ਇਹਨਾਂ ਦੀ ਖੂਬਸੂਰਤੀ ਦੇ ਕੁਝ ਰੰਗ ਇਸ ਸੰਘਰਸ਼ ਦੀ ਸ਼ਾਇਰੀ ਦੇ ਰੂਪ ਦੇ ਵਿੱਚ ਆਪਾਂ ਮੰਨਦੇ ਹਾਂ। ਪਾਲ ਕੌਰ ਜੀ, ਤੁਹਾਡਾ ਸਵਾਗਤ ਹੈ। ਮਾਈਕ ਖੋਲੋ ਜੀ, ਮਾਈਕ ਤੁਹਾਡਾ ਬੰਦ ਹੈ। ਜੀ ਹਾਂਜੀ ਹਾਂਜੀ ਹਾਂਜੀ, ਸਵਾਗਤ ਹੈ। ਸ਼ੁਕਰੀਆ ਬਹੁਤ ਬਹੁਤ ਸਾਰੇ ਦੋਸਤਾਂ ਦਾ ਜੀ। ਬਹੁਤ ਸੋਹਣੀ ਸ਼ਾਇਰੀ ਸੁਣਨ ਨੂੰ ਮਿਲੀ ਹੈ। ਬਹੁਤ ਕੁਝ ਲਿਖਿਆ ਜਾ ਰਿਹਾ ਹੈ ਅੱਜ ਕੱਲ, ਗੀਤ ਵੀ ਲਿਖੇ ਜਾ ਰਹੇ ਨੇ, ਸ਼ਾਇਰੀ ਦੇ ਵੀ ਨਵੇਂ ਰੰਗ ਆਏ ਨੇ ਸਾਹਮਣੇ। ਜੀ ਬਿਲਕੁਲ ਠੀਕ ਕਿਹਾ ਉਹਨਾਂ ਨੇ ਕਿ ਸਾਨੂੰ ਜ਼ਿੰਦਗੀ ਜਿਹੜੀ ਹੈ ਦੁਬਾਰਾ ਪੰਜਾਬ ਨੂੰ ਮਿਲੀ ਹੈ। ਸੋ ਮੈਂ ਵੀ ਇੱਕ ਐਸੀ ਹੀ ਨਜ਼ਮ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ। ਨਜ਼ਮ ਦਾ ਨਾਮ ਹੈ ਮਿੱਟੀ ਨੇ ਆਵਾਜ਼ ਮਾਰੀ ਹੈ। ਮਿੱਟੀ ਨੇ ਆਵਾਜ਼ ਮਾਰੀ ਹੈ। ਦਿਸਦੀਆਂ ਸਨ ਪਹਿਲਾਂ ਸੜਕਾਂ ਤੇ ਕਾਰਾਂ, ਬੱਸਾਂ, ਟਰੱਕ, ਪਰ ਅੱਜ ਕੱਲ ਲੱਭਦੀਆਂ ਨੇ ਅੱਖਾਂ, ਰਜਦੀਆਂ ਨੇ ਅੱਖਾਂ ਵੇਖ ਵੇਖ ਛੱਤਾਂ ਵਾਲੇ ਟਰਾਲੀ ਘਰ। ਵਾਹ। ਇਹ ਦਿਸਦੀਆਂ ਸਨ ਪਹਿਲਾਂ ਸੜਕਾਂ ਤੇ ਕਾਰਾਂ, ਬੱਸਾਂ, ਟਰੱਕ, ਪਰ ਅੱਜ ਕੱਲ ਲੱਭਦੀਆਂ ਨੇ ਅੱਖਾਂ, ਰਜਦੀਆਂ ਨੇ ਅੱਖਾਂ ਵੇਖ ਵੇਖ ਛੱਤਾਂ ਵਾਲੇ ਟਰਾਲੀ ਘਰ। ਤੁਰੇ ਜਾਂਦੇ, ਚੀਰਦੇ ਜਾਂਦੇ ਹਰ ਰੋੜਾ, ਪੱਥਰ, ਪਹਾੜ, ਤੇ ਝੁਕ ਜਾਂਦਾ ਹੈ ਸਿਰ, ਤੇ ਝੁਕ ਜਾਂਦਾ ਹੈ ਸਿਰ। ਬਹੁਤ ਵਿਖਾ ਲਏ ਝੰਡੇ ਕਾਲੇ, ਬਹੁਤ ਵਿਖਾ ਲਏ ਝੰਡੇ ਕਾਲੇ, ਤੇ ਬਹੁਤ ਜਗਾ ਲਈਆਂ ਮੋਮਬੱਤੀਆਂ। ਹੁਣ ਤਾਂ ਥਾਂ ਥਾਂ ਝੁਲਦੇ ਚਿੱਟੇ, ਹਰੇ, ਲਾਲ, ਕੇਸਰੀ ਝੰਡੇ, ਤੇ ਬਲਦੀਆਂ ਮਸ਼ਾਲਾਂ ਵੇਖ ਝੁਕ ਜਾਂਦਾ ਹੈ ਸਿਰ। ਤੇ ਬਲਦੀਆਂ ਮਸ਼ਾਲਾਂ ਵੇਖ ਝੁਕ ਜਾਂਦਾ ਹੈ ਸਿਰ। ਇੱਕ ਰੰਗ, ਇੱਕ ਫੁੱਲ, ਇੱਕ ਨਿਸ਼ਾਨ, ਇੱਕ ਬਾਤ, ਇੱਕ ਜ਼ੁਬਾਨ ਨੇ ਹੌਲੀ ਹੌਲੀ ਦੱਬ ਦਿੱਤੀ ਸੀ ਅਗਨ ਜ਼ਮੀਨ ਵਿੱਚ। ਕਿ ਇੱਕ ਰੰਗ, ਇੱਕ ਫੁੱਲ, ਇੱਕ ਨਿਸ਼ਾਨ, ਇੱਕ ਬਾਤ, ਇੱਕ ਜ਼ੁਬਾਨ ਨੇ ਹੌਲੀ ਹੌਲੀ ਦੱਬ ਦਿੱਤੀ ਸੀ ਜ਼ਮੀਨ 'ਚ ਕਿੰਨੀ ਅਗਨ, ਕਿ ਫੁੱਟ ਨਿਕਲਿਆ ਹੈ ਲਾਵਾ,
ਮਿੱਟੀ ਦੀ ਇਹ ਆਵਾਜ਼ ਸੁਣ ਝੁਕ ਜਾਂਦਾ ਹੈ ਸਿਰ। ਬਹੁਤ ਅੱਛਾ ਜੀ, ਬਹੁਤ ਕਿ ਮਿੱਟੀ ਦੀ ਆਵਾਜ਼ ਸੁਣ ਝੁਕ ਜਾਂਦਾ ਹੈ ਸਿਰ। ਕਿੰਨੀਆਂ ਮਹਾਮਾਰੀਆਂ ਨੇ ਮੂੰਹ ਬੰਨ ਕੇ ਕੈਦ ਕਰ ਦਿੱਤਾ ਸੀ ਅੰਦਰ। ਕਿ ਕਿੰਨੀਆਂ ਮਹਾਮਾਰੀਆਂ ਨੇ ਮੂੰਹ ਬੰਨ ਕੇ ਕੈਦ ਕਰ ਦਿੱਤਾ ਸੀ ਅੰਦਰ। ਉਹਨਾਂ ਨੇ ਸੋਚਿਆ ਸੀ ਕਿ ਮਹਾਮਾਰੀਆਂ ਦੀ ਬੁੱਕਲ ਵਿੱਚ ਜਿਹੜੇ ਚੁੱਕ ਦਿੱਤੇ ਸੀ ਸ਼ਮਿਆਨੇ ਹੁਣ ਨਹੀਂ ਲੱਗਣੇ ਦੁਬਾਰਾ। ਉਹਨਾਂ ਵੀ ਸੋਚਿਆ ਸੀ ਕਿ ਮਹਾਮਾਰੀਆਂ ਦੀ ਬੁੱਕਲ ਵਿੱਚ ਜਿਹੜੇ ਚੁੱਕ ਦਿੱਤੇ ਸੀ ਸ਼ਮਿਆਨੇ ਹੁਣ ਨਹੀਂ ਲੱਗਣੇ ਦੁਬਾਰਾ। ਤੇ ਅਸੀਂ ਵੀ ਫੋਨ ਦੀ ਇੱਕ ਕਾਲ ਤੇ ਉਂਗਲ ਦੀ ਇੱਕ ਛੋਹ ਨਾਲ ਘਰ ਬੁਲਾ ਲਿਆ ਸੀ ਬਾਜ਼ਾਰ। ਅਸੀਂ ਵੀ ਫੋਨ ਦੀ ਇੱਕ ਕਾਲ ਤੇ ਉਂਗਲ ਦੀ ਇੱਕ ਛੋਹ ਨਾਲ ਘਰ ਬੁਲਾ ਲਿਆ ਸੀ ਬਾਜ਼ਾਰ। ਨਿੱਕਾ ਵੱਡਾ ਸਭ ਵੱਡੇ ਸੇਠਾਂ ਦਾ ਮਾਲ। ਇਹ ਨਿੱਕਾ ਵੱਡਾ ਸਭ ਵੱਡੇ ਸੇਠਾਂ ਦਾ ਮਾਲ। ਮਿੱਟੀ ਨੇ ਆਵਾਜ਼ ਮਾਰੀ ਹੈ ਤਾਂ ਯਾਦ ਆਇਆ ਕਿ ਕਿੱਥੇ ਭੁੱਲ ਆਏ ਹਾਂ ਅਸੀਂ ਖੇਤ, ਨੁੱਕਰ ਦੀ ਹੱਟੀ, ਸਬਜ਼ੀ ਦੀ ਰੇਹੜੀ, ਬਜਾਜ ਤੇ ਸਭ ਨਿੱਕ ਸੁੱਕ ਦੁਕਾਨ। ਕਿ ਮਿੱਟੀ ਨੇ ਆਵਾਜ਼ ਮਾਰੀ ਹੈ ਤਾਂ ਯਾਦ ਆਇਆ ਕਿ ਕਿੱਥੇ ਭੁੱਲ ਆਏ ਹਾਂ ਖੇਤ, ਨੁੱਕਰ ਦੀ ਹੱਟੀ, ਸਬਜ਼ੀ ਦੀ ਰੇਹੜੀ, ਬਜਾਜ ਤੇ ਸਭ ਨਿੱਕ ਸੁੱਕ ਦੁਕਾਨ। ਅੱਜ ਆਵਾਜ਼ ਮਾਰੀ ਹੈ ਮਿੱਟੀ ਨੇ ਤਾਂ ਸਭ ਉਡਾ ਦਿੱਤੇ ਨੇ ਹਵਾਵਾਂ, ਉੱਚੇ ਦੁਕਾਨ, ਫਿੱਕੇ ਪਕਵਾਨ। ਕਿ ਅੱਜ ਆਵਾਜ਼ ਮਾਰੀ ਹੈ ਮਿੱਟੀ ਨੇ ਤਾਂ ਸਭ ਉਡਾ ਦਿੱਤੇ ਨੇ ਹਵਾਵਾਂ ਨੇ, ਉੱਚੇ ਦੁਕਾਨ, ਫਿੱਕੇ ਪਕਵਾਨ। ਖੌਰੇ ਭੁੱਲੇ ਵੀ ਨਹੀਂ ਸਾਂ ਮਨਾਉਂਦੇ ਸਾਂ ਹਰ ਸ਼ਹੀਦੀ ਦਿਹਾੜਾ ਹਰ ਸਾਲ। ਖੌਰੇ ਭੁੱਲੇ ਵੀ ਨਹੀਂ ਸਾਂ ਮਨਾਉਂਦੇ ਸਾਂ ਹਰ ਸ਼ਹੀਦੀ ਦਿਹਾੜਾ ਹਰ ਸਾਲ। ਪਰ ਇਸ ਵਾਰ ਜਾਗ ਪਿਆ ਏ ਇਤਿਹਾਸ ਦਾ ਇੱਕ ਇੱਕ ਅੱਖਰ। ਠੀਕ ਹੈ, ਆਵਾਜ਼ ਆ ਰਹੀ ਹੈ ਜੀ? ਆ ਰਹੀ ਹੈ। ਜਿਹੜੇ ਕੁਝ ਕਿਸੇ ਦੀ ਹੋਰ ਆਵਾਜ਼ ਆ ਰਹੀ ਹੈ ਵਿੱਚ, ਉਹ ਪਲੀਜ਼ ਆਪਣੇ ਆਪ ਨੂੰ ਮਿਊਟ ਕਰ ਲਓ। ਸੁਖਜੀਵਨ ਦੇਖਿਓ ਕੀ ਹੈ। ਹਾਂਜੀ ਹਾਂਜੀ। ਖੌਰੇ ਭੁੱਲੇ ਵੀ ਨਹੀਂ ਸਾਂ ਮਨਾਉਂਦੇ ਸਾਂ ਹਰ ਸ਼ਹੀਦੀ ਦਿਹਾੜਾ ਹਰ ਸਾਲ। ਪਰ ਇਸ ਵਾਰ ਜਾਗ ਪਿਆ ਏ ਇਤਿਹਾਸ ਦਾ ਇੱਕ ਇੱਕ ਅੱਖਰ। ਬਾਬਰ ਬਾਣੀ ਫਿਰ ਗੂੰਜੀ ਹੈ ਜੀ। ਬਾਬਰ ਬਾਣੀ ਫਿਰ ਗੂੰਜੀ ਹੈ। ਮੁੜ ਕੀਤੀ ਹੈ ਅਸੀਂ ਅਨੰਦਪੁਰ ਸਾਹਿਬ ਤੋਂ ਦਿੱਲੀ ਤੱਕ ਦੀ ਯਾਤਰਾ। ਕਿ ਮੁੜ ਕੀਤੀ ਹੈ ਅਸੀਂ ਅਨੰਦਪੁਰ ਸਾਹਿਬ ਤੋਂ ਦਿੱਲੀ ਤੱਕ ਦੀ ਯਾਤਰਾ। ਠੰਡੇ ਬੁਰਜ ਨੇ ਫਿਰ ਦਿੱਤਾ ਹੈ ਨਿੱਘ। ਠੰਡੇ ਬੁਰਜ ਨੇ ਫਿਰ ਦਿੱਤਾ ਹੈ ਨਿੱਘ। ਰੋਹ ਨਾਲ ਤਲਵਾਰ ਦੀ ਨੋਕ ਨੇ ਫਿਰ ਖੋਦੀ ਹੈ ਮਿੱਟੀ। ਰੋਹ ਨਾਲ ਤਲਵਾਰ ਦੀ ਨੋਕ ਨੇ ਫਿਰ ਖੋਦੀ ਹੈ ਮਿੱਟੀ। ਤੇ ਜਿੱਥੇ ਜਿੱਥੇ ਤੱਕ ਪਹੁੰਚਿਆ ਹੈ ਜ਼ਮੀਨ ਦਾ ਕਾਂਬਾ, ਬੰਦਾ ਤੇ ਬਘੇਲ ਸਿਉ ਹਰ ਪੱਗ ਤੇ ਹਰ ਸਿਰ ਵਿੱਚ ਚੜ ਕੇ ਆਇਆ ਹੈ। ਬਹੁਤ ਅੱਛਾ ਜੀ, ਬਹੁਤ ਅੱਛਾ। ਕਿ ਜਿੱਥੇ ਜਿੱਥੇ ਤੱਕ ਪਹੁੰਚਿਆ ਹੈ ਜ਼ਮੀਨ ਦਾ ਕਾਂਬਾ, ਬੰਦਾ ਤੇ ਬਘੇਲ ਸਿਉ ਹਰ ਪੱਗ ਤੇ ਹਰ ਸਿਰ ਵਿੱਚ ਚੜ ਕੇ ਆਇਆ ਹੈ। ਕਿੰਨੇ ਭਗਤ ਸਿੰਘਾਂ ਤੇ ਭਾਗੋ ਮਾਈਆਂ ਨੇ ਪਾ ਲਏ ਨੇ ਬਸੰਤੀ ਭਾ ਮਾਰਦੇ ਹਰੀਆਂ ਪੱਗਾਂ ਦੁਪੱਟੇ। ਕਿ ਕਿੰਨੇ ਹੀ ਭਗਤ ਸਿੰਘਾਂ ਤੇ ਭਾਗੋ ਮਾਈਆਂ ਨੇ ਪਾ ਲਏ ਨੇ ਬਸੰਤੀ ਭਾ ਮਾਰਦੇ ਹਰੀਆਂ ਪੱਗਾਂ ਦੁਪੱਟੇ। ਮਿੱਟੀ ਨੇ ਆਵਾਜ਼ ਮਾਰੀ ਹੈ ਤਾਂ ਸਿਰਾਂ ਵਾਲਿਆਂ ਨੇ ਲਾ ਕੇ ਤਮਗੇ ਫੀਤੇ ਵਰਦੀਆਂ ਮਿੱਟੀ ਨੂੰ ਸਿਰ ਨਵਾਇਆ ਹੈ। ਕਿ ਮਿੱਟੀ ਨੇ ਆਵਾਜ਼ ਮਾਰੀ ਹੈ ਤਾਂ ਸਿਰਾਂ ਵਾਲਿਆਂ ਨੇ ਲਾ ਕੇ ਤਮਗੇ ਫੀਤੇ ਵਰਦੀਆਂ ਮਿੱਟੀ ਨੂੰ ਸਿਰ ਨਵਾਇਆ ਹੈ। ਉੱਗੜ ਆਇਆ ਹੈ ਫਿਰ ਜੋ ਲਿਖਿਆ। ਕਿ ਉੱਗੜ ਆਇਆ ਫਿਰ ਜੋ ਲਿਖਿਆ। ਆਈਲੈਟਸ ਤਾਂ ਵਿਛਾਏ ਸੀ ਉਹਨਾਂ। ਕਿ ਆਈਲੈਟਸ ਤਾਂ ਵਿਛਾਏ ਸੀ ਉਹਨਾਂ। ਟੀਕੇ ਤੇ ਪੁੜੀਆਂ ਵੀ ਵਰਤਾਏ ਸੀ ਉਹਨਾਂ। ਡੋਬ ਨਹੀਂ ਸਕੇ ਉਹ ਹੋਸ਼ ਤੇ ਜੋਸ਼ ਬਹੁਤਾ ਚਿਰ। ਕਿ ਡੋਬ ਨਹੀਂ ਸਕੇ ਉਹ ਹੋਸ਼ ਤੇ ਜੋਸ਼ ਬਹੁਤਾ ਚਿਰ। ਮਿੱਟੀ ਨੇ ਆਵਾਜ਼ ਮਾਰੀ ਹੈ ਤਾਂ ਝੁਕ ਗਏ ਨੇ ਸਿਰ। ਕਿ ਮਿੱਟੀ ਨੇ ਆਵਾਜ਼ ਮਾਰੀ ਹੈ ਤਾਂ ਝੁਕ ਗਏ ਨੇ ਸਿਰ। ਮਿੱਟੀ ਮਾਰਦੀ ਹੈ ਆਵਾਜ਼ ਤਾਂ ਉੱਠੀ ਜਾਂਦੇ ਨੇ ਸਿਰ। ਬਹੁਤ ਅੱਛੇ। ਕਿ ਮਿੱਟੀ ਮਾਰਦੀ ਹੈ, ਮਿੱਟੀ ਮਾਰਦੀ ਹੈ ਆਵਾਜ਼ ਤਾਂ ਉੱਠ ਹੀ ਜਾਂਦੇ ਨੇ ਸਿਰ। ਉੱਠ ਹੀ ਜਾਂਦੇ ਨੇ ਸਿਰ। ਬਹੁਤ ਅੱਛਾ, ਸ਼ੁਕਰੀਆ ਜੀ। ਬਹੁਤ ਵਧੀਆ, ਬਹੁਤ ਵਧੀਆ। ਸੱਚਮੁੱਚ ਮਿੱਟੀ ਨੇ ਆਵਾਜ਼ ਮਾਰੀ ਹੈ, ਸਾਡੀ ਕਵਿਤਾ ਨੂੰ ਵੀ ਮਾਰੀ ਹੈ ਤੇ ਸਾਡੇ ਸੰਗਰਾਮੀਆਂ ਨੂੰ ਵੀ ਮਾਰੀ ਹੈ। ਸੰਗਰਾਮੀ ਦਿੱਲੀ ਦੀਆਂ ਸੜਕਾਂ ਤੇ ਦਿੱਲੀ ਦੀ ਮਿੱਟੀ ਤੇ ਬੈਠੇ ਸੌਂ ਰਹੇ ਨੇ।
ਮਿੱਟੀ ਉਹਨਾਂ ਨੂੰ ਵਾਸ ਮਾਰ ਰਹੀ ਹੈ ਤਾਂ ਜੂਝ ਰਹੇ ਨੇ। ਇਹ ਦਿਨ ਜਿਹੜੇ ਹੈਗੇ ਨੇ, ਇੱਕ ਪਾਸੇ ਸਭਾ ਦੇ ਦਿਨ ਨੇ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਨੇ। ਇਹਨਾਂ ਦਿਨਾਂ ਐਸੇ ਹੀ ਲੋਕ ਧਰਤੀ ਤੇ ਸੌਂਦੇ ਨੇ, ਤੇ ਦੂਜੇ ਪਾਸੇ ਸਾਡਾ ਅੰਨਦਾਤਾ ਉੱਥੇ ਧਰਤੀ ਦੇ ਉੱਤੇ ਸੁੱਤਾ ਹੋਇਆ ਹੈ, ਸਾਡੇ ਸ਼ਬਦਾਂ ਨੂੰ ਆਵਾਜ਼ ਮਾਰ ਰਹੀ ਹੈ, ਤੇ ਸਾਡੇ ਸ਼ਬਦ ਵੀ ਉਹਨਾਂ ਦਾ ਸਾਥ ਦੇ ਰਹੇ ਨੇ, ਉਹਨਾਂ ਦੇ ਨਾਲ ਜੁੜੇ ਹੋਏ ਨੇ। ਤੁਹਾਨੂੰ ਸਾਰੇ ਕਲਮਕਾਰਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸੱਚਮੁੱਚ ਇਸ ਦੌਰ ਦੇ ਵਿੱਚ, ਇਸ ਹਨੇਰੇ ਦੌਰ ਦੇ ਵਿੱਚ ਆਪਣੇ ਸ਼ਬਦਾਂ ਦੇ ਦੀਵਿਆਂ ਦੇ ਨਾਲ ਉਸ ਸੰਗਰਾਮ ਦਾ ਸਾਥ ਦੇ ਰਹੇ ਹੋ। ਇਹੀ ਬਣਦਾ ਹੈ, ਕਿਉਂਕਿ ਕਵੀਆਂ ਦਾ, ਕਲਮਕਾਰਾਂ ਦਾ, ਸਾਹਿਤਕਾਰਾਂ ਦਾ, ਕਲਾਕਾਰਾਂ ਦਾ ਇਹ ਫਰਜ਼ ਹੈ ਕਿ ਉਹ ਜੇ ਉੱਥੇ ਨਹੀਂ ਜਾ ਸਕਦੇ, ਘੱਟੋ ਘੱਟ ਆਪਣੇ ਸ਼ਬਦਾਂ ਰਾਹੀਂ ਉਹਨਾਂ ਦੇ ਨਾਲ ਜ਼ਰੂਰ ਜੁੜਨ। ਤੇ ਜਿਹੜੇ ਉੱਥੇ ਗਏ ਨੇ, ਉੱਥੇ ਦੇਖ ਰਹੇ ਨੇ ਲੋਕ ਸਾਰੇ ਕਿ ਕਿਸ ਤਰ੍ਹਾਂ ਕਾਫਲਿਆਂ ਦੇ ਕਾਫਲੇ ਉੱਥੇ ਅਧਿਆਪਕਾਂ ਦੇ, ਸਾਹਿਤਕਾਰਾਂ ਦੇ, ਹੋਰ ਬਹੁਤ ਸਾਰੇ ਸਮਾਜ ਦੇ ਵਰਗ ਉੱਥੇ ਜਾ ਰਹੇ ਨੇ। ਮੈਂ ਕੇਰਲਾ ਦੇ ਇੱਕ ਨੌਜਵਾਨ ਨੂੰ ਅੱਜ ਮਿਲ ਕੇ ਆਇਆ, ਤਾਂ ਮੈਂ ਬਹੁਤ ਹੈਰਾਨ ਹੋਇਆ ਕਿ ਉਹ ਦੱਸਦਾ ਕਿ ਸਾਡੇ ਵੀ ਉਸ ਤਰ੍ਹਾਂ ਮੁਜ਼ਾਹਰਾ ਲਹਿਰ ਵਰਗੀ ਕੋਈ ਲਹਿਰ ਚੱਲੀ ਸੀ, ਤੇ ਸਾਡੇ ਪੁਰਖੇ ਉਹਨਾਂ ਦੀਆਂ ਕਹਾਣੀਆਂ ਸੁਣਾਉਂਦੇ ਹੁੰਦੇ ਨੇ। ਸੋ ਸਾਰੀਆਂ ਕਹਾਣੀਆਂ ਉੱਥੇ ਸਾਂਝੀਆਂ ਹੋ ਰਹੀਆਂ ਨੇ, ਤੇ ਅਸੀਂ ਆਪਣੀ ਕਵਿਤਾ ਰਾਹੀਂ ਆਪਣੀਆਂ ਕਹਾਣੀਆਂ ਸਾਂਝੀਆਂ ਕਰ ਰਹੇ ਹਾਂ। ਸੋ ਇਸੇ ਤਰ੍ਹਾਂ ਹੀ ਜਿੰਦਾਬਾਦ ਦੋਸਤੋ, ਜੁੜੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹਦਾ ਇੱਕ ਲਿੰਕ ਵੀ ਮੈਂ ਤੁਹਾਨੂੰ, YouTube ਦਾ ਲਿੰਕ ਤੁਹਾਨੂੰ ਭੇਜ ਦੂੰਗਾ, ਉਹ ਵੀ ਪਲੀਜ਼ ਸ਼ੇਅਰ ਕਰਿਓ। ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ।